ਬਾਹਰ ਨੱਚਣ ਲਾ ਦੇਣਗੇ ਬੀਬਾ, ਦੇਣਗੇ ਬੀਬਾ, ਨੱਚਣ ਲਾ ਦੇਣਗੇ ਬੀਬਾ। ਚਾਹੀ ਮਸਤ ਦੇਵੇ ਮਸਤ ਬਣਾ ਦੇਣਗੇ ਬੀਬਾ, 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 ਮਸਤ ਬਣਾ ਦੇਣਗੇ ਬੀਬਾ, ਨੱਚਣ ਲਾ ਦੇਣਗੇ, ਮਸਤ ਬਣਾ ਦੇਣਗੇ ਬੀਬਾ, ਨੱਚਣ ਲਾ ਦੇਣਗੇ ਬੀਬਾ, ਮਸਤ ਬਣਾ ਦੇਣਗੇ ਬੀਬਾ, ਨੱਚਣ ਲਾ ਦੇਣਗੇ, ਮਸਤ ਬਣਾ ਦੇਣਗੇ ਬੀਬਾ, ਨੱਚਣ ਲਾ ਦੇਣਗੇ ਬੀਬਾ। ਚਾਹੀ ਮਸਤ ਦੇ ਵੇੜੇ ਮਸਤ ਬਣਾ ਦੇਣਗੇ ਬੀਬਾ, ਚਾਹੀ ਮਸਤ ਦੇ ਵੇੜੇ ਮਸਤ ਬਣਾ ਦੇਣਗੇ ਬੀਬਾ, ਚਾਹੀ ਮਸਤ ਦੇ ਵੇੜੇ ਮਸਤ ਬਣਾ ਦੇਣਗੇ ਬੀਬਾ। ऐसी मस्तानी यारी में भूल जाएंगे दुनिया सारी में, जाएगी दुनिया सारी में, भूल जाएगी दुनिया सारी में। तो चढ़ की मस्ती खारी नी करी हस्ती मिट जाओ सारी नी, हस्ती मिट जाओ सारी नी, हस्ती मिट जाओ सारी नी। ना कोई कुछ पिलानी, कोई कुछ पिलानी। और मैं हमेशा कहना मैं ਜਦੋਂ ਇਹਨਾਂ ਵਾਲੀ ਘੁੱਟ ਪੀ ਲਈ ਫਿਰ ਤੜਕੇ ਉੱਠ ਕੇ ਘਰ ਵਾਲੀ ਤੋਂ ਲੱਸੀ ਮੰਗਣ ਦੀ ਲੋੜ ਨਹੀਂ। ਆ ਜਿਹੜੀਆਂ ਹੋਣ ਵਾਲੀਆਂ ਪੀ ਕਿਆ ਲੱਗਦਾ ਤਾਂ ਪੀਰ ਦੀ ਮੌਜ ਫਕੀਰ ਦੀ ਲਿਆ ਦੱਸਿਆ ਫਿਰ ਲੋੜ ਨਹੀਂ ਪੈਣੀ। ਫਿਰ ਤਾਂ ਕੋਟਰ ਦੀਆਂ ਗਲੀਆਂ ਚ ਵੱਜਦੇ ਫਿਰੋਗੇ ਕੀ ਹੋ ਗਿਆ ਭਾਜੀ। ਇਹਨਾਂ ਨੇ ਕੋਈ ਘੁੱਟ ਪਿਆਉਣੀ, ਕੋਈ ਘੁੱਟ ਪਿਆਉਣੀ ਤੇ ਹੋਸ਼ ਬੁਲਾ ਦੇਣਗੇ ਬੀਬਾ। ਨਾ ਚਾਹੀ ਮਸਤ ਦੇ ਵੇੜੇ ਮਸਤ ਬਣਾ ਦੇਣਗੇ ਬੀਬਾ, ਨਾ ਚਾਹੀ ਮਸਤ ਦੇ ਵੇੜੇ ਮਸਤ ਬਣਾ ਦੇਣਗੇ ਬੀਬਾ, ਨਾ ਚਾਹੀ ਮਸਤ ਦੇ ਵੇੜੇ ਮਸਤ ਬਣਾ ਦੇਣਗੇ ਬੀਬਾ। ਪੱਕੇ ਮਸਤਾਂ ਦੇ ਮਾਰੇ ਤੇਰੇ ਬਦਲ ਦੇਣਗੇ ਬਾਣੇ, ਬਦਲ ਦੇਣਗੇ ਬਾਣੇ ਨੀ, ਤੇਰੇ ਬਦਲ ਦੇਣਗੇ ਬਾਣੇ ਨੀ। ਇੰਨਾ ਸੁਰ ਤੋਂ ਪਿੰਡ ਲਾਏ ਨੀ ਮੇਰੀ ਜਾਨ ਕੁੜੇ ਹਾਈ ਸਰ ਜੀ ਜੈ ਲੱਗਦਾ ਤਾਂ ਪੀਰ ਦੀ ਮੌਜ ਫਕੀਰ ਦੀ। ਰਿੰਕੂ ਜੀ ਜੈ ਲੱਗਦਾ ਤਾਂ ਪੀਰ ਦੀ ਮੌਜ ਫਕੀਰ ਦੀ। ਰਿੰਪੀ ਅਰੋੜਾ ਜੈ ਬਾਬੇ ਦੀ ਜੈ ਲੱਗਦਾ ਤਾਂ ਪੀਰ ਦੀ ਮੌਜ ਫਕੀਰ ਦੀ। ਮੇਰੀ ਜਾਨ ਕੁੜੇ ਮੇਰੀ ਜਾਨ ਕੁੜੇ ਬੜਾ ਸ਼ੈਤਾਨ ਕੁੜੇ, ਬੜਾ ਸ਼ੈਤਾਨ ਕੁੜੇ। ਤੂੰ ਕਰਦਾ ਨੀ, ਤੂੰ ਕਰਦਾ ਨੀ, ਤੂੰ ਕਰਦਾ ਨੀ, ਤੂੰ ਕਰਦਾ ਨੀ। ਇਹ ਦਸ ਸਾਈਆਂ ਦਾ ਪਤਾ ਨੀ, ਤੂੰ ਕਰਦਾ ਨੀ, ਇਹ ਦਮ ਸਾਈਆਂ ਦਾ ਪਤਾ ਨੀ। ਸੋਚੀ ਨੱਚਣ ਨੂੰ ਕਰਦਾ ਨੀ, ਜੀ ਨੱਚਣ ਨੂੰ ਕਰਦਾ ਨੀ। ਮੈਂ ਕਾਹਦਾ ਰੱਖਾਂ ਪੜਦਾ ਨੀ, ਕਾਹਦਾ ਰੱਖਾਂ
मेरी जान कुड़े ਗੁਰਨੇਕ ਮਹਿਲ ਜੀ ਜੈ ਲਖਦਾਤਾ ਪੀਰ ਦੇ ਮੌਜ ਫਕੀਰ ਦੀ ਸਿਮਰਨ ਕਰਦੇ ਰਿਹਾ ਕਰੋ। सच ही कहना जो भी कहना सच कहना सदा साइया ते चलनी पैना चलनी पैना सदा साइया ते चलनी पैना और साइया दी गौदा मेरी बेबे दी गौदा मेरी भाई दी गौदा शान कुड़े ए तूबा मेरी जान कुड़े ए तूबा बड़ा शैतान कुड़े ए तूबा ਅੱਜ ਜੈਪੁਰ ਜਾ ਰਹੇ ਹਾਂ ਮਿੱਤਰ ਪਿਆਰੇ ਸੁਭਾਸ਼ ਜੀ ਨੂੰ ਮਿਲਣ। ਨਿਕਲੋਸ ਖੇਤਰ ਜੈਪੁਰ ਜਾ ਰਹੇ ਗੰਨੀ ਮੁੰਦਰਾ ਕਾਸਾ ਹੱਥ ਬੜਾ ਦੇਣਗੇ ਬੀਬਾ ਝੂਠਾ ਹੱਥ ਬੜਾ ਆਜਾਈ ਮਸਤਾਂ ਦੇ ਅੰਗੜ ਲਾ ਦੇਣਗੇ ਬੀਬਾ ਅੰਗੜ ਲਾ ਦੇਣਗੇ ਅੰਗੜ ਲਾ ਦੇਣਗੇ ਬੀਬਾ ਅੰਗੜ ਲਾ ਦੇਣਗੇ ਬੀਬਾ ਨਵਜੋਤ ਸਿੰਘ ਜੀ ਜੈ ਲਖਦਾਤਾ ਪੀਰ ਦੀ ਮੌਜ ਫਕੀਰ ਦੀ ਜੇ ਕਿਸੇ ਸਾਥ ਦੇ ਲੜ ਲੱਗਣਾ ਹੋਵੇ ਤਾਂ ਤਿੰਨ ਪੇਪਰ ਹੈ ਸਾਥ ਪਹਿਲਾਂ ਮੰਗਦਾ ਫਿਰ ਸਾਥ ਟੰਗਦਾ ਫਿਰ ਸਾਥ ਲੱਗਦਾ ਗੁੱਜਰ ਜੀ ਜੈ ਲਖਦਾਤਾ ਪੀਰ ਦੀ ਮੌਜ ਫਕੀਰ ਦੀ ਪਹਿਲਾਂ ਮੰਗਦਾ ਫਿਰ ਹੈ ਟੰਗਦਾ ਫਿਰ ਰੰਗਾਂ ਵਿੱਚ ਰੰਗਦਾ ਵਸਾਈ ਫਿਰ ਰੰਗਾਂ ਵਿੱਚ ਰੰਗਦਾ ਵਸਾਈ ਫਿਰ ਰੰਗਾਂ ਵਿੱਚ ਰੰਗਦਾ ਏ ਪਹਿਲਾਂ ਮੰਗਦਾ ਫਿਰ ਹੈ ਟੰਗਦਾ ਫਿਰ ਰੰਗਾਂ ਵਿੱਚ ਰੰਗਦਾ ਫਿਰ ਰੰਗਾਂ ਵਿੱਚ ਰੰਗਦਾ ਵਸਾਈ ਫਿਰ ਰੰਗਾਂ ਵਿੱਚ ਰੰਗਦਾ ਏ ਮੁੜ ਨਾ ਲੱਥਣੇ ਮੁੜ ਨਾ ਲੱਥਣੇ ਐਸੇ ਰੰਗ ਚੜਾ ਦੇਣਗੇ ਬੀਬਾ ਨਾ ਚਾਹੀ ਮਸਤਾਂ ਦੇ ਮਸਤ ਬਣਾ ਦੇਣਗੇ ਨਾ ਚਾਹੀ ਮਸਤਾਂ ਦੇ ਮਸਤ ਬਣਾ ਦੇਣਗੇ ਬੀਬਾ ਨਾ ਚਾਹੀ ਮਸਤਾਂ ਦੇ ਮਸਤ ਬਣਾ ਦੇਣਗੇ ਬੀਬਾ ऐसी बीन बजावे जोगी 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 मिंट करा मैं तेरी मेरी बीन युते जोगिया मेरी मेरी बीन युते जोगिया मेरी बीन युते जोगिया ਹਾਂਜੀ ਜੈ ਲਖਦਾਤਾ ਪੀਰ ਦੀ ਮੌਜ ਠੀਕ ਹੈ ਸਭ ਠੀਕ ਠਾਕ ਜੀ ਤੁਸੀਂ ਸੁਣਾਓ ਇਬਾਦਤ ਵਧੀਆ ਚੱਲਦੀ ਆ ਜਿਹੜੇ ਤੂੰ ਦੇ ਕਰਮ ਸਹੇਰੇ ਨੀ ਤੂੰ ਦੇ ਕਰਮ ਸਹੇਰੇ ਨੀ ਤੂੰ ਦੇ ਕਰਮ ਸਹੇਰੇ ਨੀ ਦੇਖਾਂ ਦੀਆਂ ਪੁੱਠੀਆਂ ਅਜੀਸ਼ ਜੈ ਲਖਦਾਤਾ ਪੀਰ ਦੀ ਮੌਜ ਫਕੀਰ ਦੀ ਦੇਖਾਂ ਦੀਆਂ ਪੁੱਠੀਆਂ ਲਿਖਾਂ ਸਿੱਧੀਆਂ ਆ ਦੇਣਗੇ ਬੀਬਾ ਨਾ ਚਾਹੀ ਮਸਤਾਂ ਦੇ ਮਸਤ ਬਣਾ ਦੇਣਗੇ ਮਸਤ ਬਣਾ ਦੇਣਗੇ ਬੀਬਾ ਨਾ ਚਾਹੀ ਮਸਤਾਂ ਦੇ ਮਸਤ ਬਣਾ ਦੇਣਗੇ ਬੀਬਾ ਮਸਤ
ਨਾ ਦੇਣਗੇ ਨੱਚਣ ਨਾ ਦੇਣਗੇ ਕੰਨ ਫੜਵਾ ਦੇਣਗੇ ਮੰਗਲ ਨਾ ਦੇਣਗੇ ਹੱਥ ਬਣਾ ਦੇਣਗੇ ਨੱਚਣ ਨਾ ਦੇਣਗੇ ਹੱਥ ਬਣਾ ਦੇਣਗੇ ਗੱਲ ਕਰਵਾ ਦੇਣਗੇ ਤਾਰ ਮਿਲਾ ਦੇਣਗੇ ਮੁੰਡਾ ਖੜਕਾ ਦੇਣਗੇ ਟਿਕਟ ਦਵਾ ਦੇਣਗੇ ਹੱਥ ਬਣਾ ਦੇਣਗੇ ਨੱਚਣ ਨਾ ਦੇਣਗੇ ਹੱਥ ਬਣਾ ਦੇਣਗੇ ਨੱਚਣ ਨਾ ਦੇਣਗੇ ਨਾ ਜਾਈ ਮਸਤਾਂ ਦੇ ਮਸਤ ਬਣਾ ਦੇਣਗੇ ਉਹ ਜੋਗੀਆਂ ਵਿਵੇਕ ਦੇਵ ਜੀ ਜੈ ਲਖਦਾਤਾ ਪੀਰ ਦੀ ਮੌਜ ਪੀਰ ਦੀ ਜੈ ਬਾਬੇ ਦੀ ਪੇਸ਼ ਕਰ ਰਹੇ ਸਾਈਆਂ ਦਾ ਉਹ ਸਭ ਠੀਕ ਠਾਕ ਹੋ ਸਾਰੇ ਪਰਮਾਤਮਾ ਹਮੇਸ਼ਾ ਤੁਹਾਨੂੰ ਖੁਸ਼ ਰੱਖੇ ਆਪਣੇ ਨਾਮ ਦੇ ਨਾਲ ਆਪਣੇ ਚਰਨਾਂ ਦੇ ਨਾਲ ਆਪਣੀ ਬੰਦਗੀ ਦੇ ਨਾਲ ਤੁਹਾਨੂੰ ਹਮੇਸ਼ਾ ਜੋੜ ਕੇ ਰੱਖੇ ਜ਼ਿੰਦਗੀ ਦਾ ਆਨੰਦ ਲਓ ਇਹ ਜੀਵਨ ਬੜਾ ਕੀਮਤੀ ਹੈਗਾ ਔਰ ਇਹਨੂੰ ਕੋਟੀਆਂ ਦੇ ਭਾਅ ਨਾ ਲਾਓ ਇਹਦੀ ਕਦਰ ਕਰੋ ਇਹਦੀ ਕਦਰ ਕਰੋ ਇਹਨੂੰ ਪ੍ਰਭੂ ਦੇ ਲੇਖੇ ਲਗਾਓ ਜਿੰਨਾ ਲਗਾ ਸਕਦੇ ਆ ਬੰਦਗੀ ਕਰੋ ਜਿੰਨੀ ਵੱਧ ਤੋਂ ਵੱਧ ਕਰ ਸਕਦੇ ਆ ਕਿਉਂਕਿ ਇਹ ਜੀਵਨ ਭਗਤੀ ਕਰਨ ਵਾਸਤੇ ਮਿਲਿਆ ਬੰਦਗੀ ਕਰਨ ਵਾਸਤੇ ਮਿਲਿਆ ਤੇ ਦੂਸਰੀ ਗੱਲ ਕਿਸੇ ਚਿੰਤਾ ਕਰਨ ਦੀ ਲੋੜ ਨਹੀਂ ਵਹਿਮਾਂ 'ਚ ਪੈਣ ਦੀ ਲੋੜ ਨਹੀਂ ਹੈਗੀ ਆਪਣੇ ਗੁਰੂ ਤੇ ਮੁਰਸ਼ਿਦ ਤੇ ਭਰੋਸਾ ਰੱਖ ਕੇ ਤੁਸੀਂ ਰੋਜ਼ ਇਬਾਦਤ ਕਰਦੇ ਰਹੋ ਬੰਦਗੀ ਕਰਦੇ ਰਹੋ ਜੇ ਤੁਸੀਂ ਗੁਰੂ ਦਾ ਕਹਿਣਾ ਮੰਨੋਗੇ ਗੁਰੂ ਦੇ ਹੁਕਮ ਦੀ ਪਾਲਣਾ ਕਰੋਗੇ ਤੁਹਾਨੂੰ ਕਦੇ ਵੀ ਪਿੱਛੇ ਮੁੜ ਕੇ ਦੇਖਣ ਦੀ ਲੋੜ ਨਹੀਂ ਹੈਗੀ ਫਿਰ ਵਧਾਈਆਂ ਹੀ ਵਧਾਈਆਂ ਹੋਣਗੀਆਂ ਸਾਰੇ ਪਾਸੇ ਆਨੰਦ ਹੀ ਆਨੰਦ ਮਿਲੇਗਾ ਠੀਕ ਹੈ ਨਾ ਕਿਉਂਕਿ ਸ਼ੁਰੂਆਤ ਸਾਨੂੰ ਆਪਣੇ ਆਪ ਤੋਂ ਕਰਨੀ ਪੈਣੀ ਹੈ ਹੁਣ ਤੇ ਹਮੇਸ਼ਾ ਅਸੀਂ ਖੁਸ਼ ਰਹੀਦਾ ਆਨੰਦ 'ਚ ਰਹੀਦਾ ਕਿਉਂਕਿ ਆਨੰਦ ਸਾਡੇ ਅੰਦਰ ਆ ਠੀਕ ਹੈ ਨਾ ਜਿਹਨੂੰ ਆਨੰਦ ਅੰਦਰ ਮਿਲ ਗਿਆ ਉਹਨੂੰ ਬਾਹਰ ਮਿਲ ਜਾਣ ਠੀਕ ਹੈ ਨਾ ਇਹਦਾ ਆਨੰਦ ਆਪਾਂ ਕਿਸੇ ਨੂੰ ਦੇ ਨਹੀਂ ਸਕਦੇ ਠੀਕ ਹੈ ਨਾ ਇਹ ਆਪ ਹੀ ਮਿਹਨਤ ਕਰਨੀ ਪੈਣੀ ਆਪ ਹੀ ਤਪ ਕਰਨਾ ਪੈਣਾ ਭਗਤੀ ਕਰਨੀ ਪੈਣੀ ਆ ਆਪਣੇ ਆਪ ਨੂੰ ਸਾਧਣਾ ਪੈਣਾ ਫਿਰ ਸਾਨੂੰ ਅਸੀਂ ਸੱਚੇ ਆਨੰਦ ਦੀ ਸੱਚੇ ਸੁੱਖ ਦੀ ਪ੍ਰਾਪਤੀ ਹੋਵੇਗੀ ਠੀਕ ਹੈ ਨਾ ਤੇ ਇਸ ਕਰਕੇ ਬਾਹਰੋਂ ਧਿਆਨ ਹਟਾ ਕੇ ਆਪਣੇ ਅੰਦਰ ਜੋੜਨ ਦੀ ਕੋਸ਼ਿਸ਼ ਕਰੋ ਤੁਹਾਡੇ ਇੱਕ ਨਾ ਇੱਕ ਦਿਨ ਗੱਲ ਬਣੇਗੀ ਕੋਈ ਛੁੱਟੀ ਨਹੀਂ ਕਰਨੀ ਕੋਈ ਨਾਗਾ ਨਹੀਂ ਕਰਨਾ ਰੋਜ਼ ਸਿਮਰਨ ਕਰੋ ਰੋਜ਼ ਬੰਦਗੀ ਕਰੋ ਬਸ ਮੈਂ ਇਹੀ ਉਮੀਦ ਤੁਹਾਡੇ ਤੋਂ ਕਰਦਾ ਕਿ ਤੁਸੀਂ ਬੰਦਗੀ ਕਰੋਗੇ ਬਾਤ ਕਰੋਗੇ ਆਪਣਾ ਜੀਵਨ ਸਫਲ ਕਰ ਲਓ ਠੀਕ ਹੈ ਨਾ ਜੈ ਲਖਦਾਤਾ ਪੀਰ ਦੀ ਮੌਜ ਫਕੀਰ ਦੀ ਅਸਮਾਨ ਰੌਲਾ ਬੜਾ ਖੌਰੂ ਪਾਇਆ ਏ ਆ ਕੁੱਟ ਤਬਲੇ ਹੱਥਾਂ ਨੇ ਜਿਨ੍ਹਾਂ ਨੂੰ ਤੂੰ ਦੱਸਦਾ ਉਹ ਕੋਈ ਹੋਰ ਅੱਖਾਂ ਨੇ ਹੋਰ ਅੱਖਾਂ ਨੇ ਇਹਨਾਂ ਅੱਖਾਂ ਨਾਲ ਅਸੀਂ ਉਸ ਪਰਮਾਤਮਾ ਨੂੰ ਨਹੀਂ ਦੇ ਸਕਦੇ ਸੂਖਸ਼ਮ ਚੀਜ਼ ਨੂੰ ਦੇਖਣ ਲਈ ਸੂਖਸ਼ਮ ਅੱਖ ਜ਼ਰੂਰੀ ਆ ਠੀਕ ਹੈ ਨਾ ਇਹਨਾਂ ਨੂੰ ਅੱਖਾਂ ਨੂੰ ਬੰਦ ਕਰ ਲਓ ਅੰਦਰ ਦੀ ਅੱਖਾਂ ਖੁੱਲ ਜਾਣਗੀਆਂ ਠੀਕ ਹੈ ਨਾ ਬਾਹਰਲੇ ਕੰਨ ਬੰਦ ਕਰ ਲਓ ਅੰਦਰਲੀ ਆਵਾਜ਼ਾਂ ਸੁਣੋ ਤੇਰਾ ਧਿਆਨ ਨੂੰ ਖਿੱਚਣ ਲਈ ਪਾਏ ਰੰਗਲੇ ਜੋੜੇ ਉਹ ਤਾਂ ਨੰਗੇ ਨੇ ਜੋ ਤੇਰੇ ਕੋਲੇ ਵੇ ਜੋ ਸਿਰ ਪੈਰਾਂ ਤੱਕ ਤੇਰੇ ਜੋ ਸਿਰ ਪੈਰਾਂ ਤੱਕ ਜੋ ਸਿਰ ਤੇਰੇ ਪੈਰਾਂ ਤੱਕ ਤੇਰੇ ਅਵਤਾਰ ਸਿੰਘ ਜੀ ਜੈ ਲਖਦਾਤਾ ਪੀਰ ਦੀ ਮੌਜ ਪੀਰ ਦੀ ਸਿਮਰਨ ਕਰਦੇ ਰਿਹਾ ਕਰੋ ਸਾਰੇ ਦੁੱਖਾਂ ਦੀ ਦਵਾਈ ਸਿਮਰਨ ਹੈ ਬੰਦਗੀ ਹੈ ਉੱਥੇ ਤੂੰ ਬਾਕੀ ਕੀ ਵਜਣਾ ਓਏ ਉਹਨੇ ਕੰਜਰੀ ਬਣਨਾ ਕੀ ਓਏ ਲੋਕੋ ਕੰਜਰੀ ਬਣਨਾ ਕੀ ਉਹ ਜਿਹਨੂੰ ਜੱਕਾਂ ਧੱਕਾਂ ਨੇ ਔਰ ਇੱਕ ਦਿਨ ਦੀ ਤੁਹਾਨੂੰ ਮੈਂ ਗੱਲ ਸੁਣਾਉਣਾ ਹੈ ਸਿਮਰਨ ਕਰਦੇ ਰਿਹਾ ਕਰੋ ਕੰਜਰੀ ਸਾਰੇ ਦੁੱਖਾਂ ਦੀ ਦਵਾਈ ਸਿਮਰਨ ਹੈ ਤੁਹਾਡੇ ਹਰ ਸਵਾਲ ਦਾ ਜਵਾਬ ਸਿਮਰਨ ਵਿੱਚ ਹੈ ਆਪਣੀ ਡਿਊਟੀ ਸਮਝ ਕੇ ਰੋਜ਼ ਸਿਮਰਨ ਕਰਦੇ ਰਿਹਾ ਕਰੋ ਰੋਜ਼ ਬੰਦਗੀ ਕਰਦੇ ਰਿਹਾ ਕਰੋ ਠੀਕ ਹੈ ਨਾ ਬਾਰ-ਬਾਰ ਮੈਂ ਕਹਿ ਰਿਹਾ ਕਿ ਆਪਣੇ ਗੁਰੂ ਤੇ ਭਰੋਸਾ ਰੱਖੋ ਮੁਰਸ਼ਿਦ ਤੇ ਭਰੋਸਾ ਰੱਖ ਕੇ ਰੋਜ਼ ਸਿਮਰਨ ਕਰੋ ਇੱਕੋ ਕੰਮ ਕਰਨਾ ਸਿਮਰਨ ਸਾਰੇ ਕੰਮ ਪ੍ਰਮਾਤਮਾ ਕਰੇਗਾ ਠੀਕ ਹੈ ਨਾ ਇੱਕ ਬਸ ਸੱਚੇ ਦਿਲੋਂ ਆਪਣੇ ਸਮਰਪਣ ਕਰਕੇ ਉਹਦੀ ਰਜ਼ਾ 'ਚ ਰਹਿਣਾ ਸਿੱਖ ਲਓ ਤੇ ਰੋਜ਼ ਸਿਮਰਨ ਕਰਦੇ ਰਹੋ ਔਰ ਠੋਕ ਵਜਾ ਕੇ ਦਿੰਦੇ ਆ ਇਸ ਕੰਜਰੀ ਨੇ ਕੀ ਕਿਉਂਕਿ ਕਿਹਾ ਆਪੇ ਮਰੇ ਸਵਰਗ ਮਿਲਦਾ ਪੈਂਦਾ ਆਪੇ ਮਰਨਾ ਪੈਂਦਾ ਸਵਰਗ ਲਈ ਤੇ ਇਸ ਲਈ ਤੁਹਾਨੂੰ ਆਪ ਹੀ ਮਿਹਨਤ ਕਰਨੀ ਪੈਣੀ ਹੈ
ਉਹਨੇ ਤਾਂ ਨਾਮ ਦੀ ਜੁਗਤੀ ਦੇਣੀ ਆ, ਅਭਿਆਸ ਤੁਹਾਨੂੰ ਕਰਨਾ ਪੈਣਾ, ਬੰਦਗੀ ਤੁਹਾਨੂੰ ਕਰਨੀ ਪੈਣੀ, ਠੀਕ ਹੈ ਨਾ। ਨਾ ਹੀਰ ਕਹੋ ਮੈਨੂੰ ਮੈਂ ਰਾਂਝੇ ਦੀ ਵੰਜਲੀਆਂ, ਕੋਠੇ ਦੀ ਕੰਜਰੀ ਨਹੀਂ ਮੈਂ ਸਾਈਆਂ ਦੀ ਕੰਜਰੀਆਂ, ਕੋਠੇ ਦੀ ਕੰਜਰੀ ਨਹੀਂ ਮੈਂ ਸਾਈਆਂ ਦੀ ਕੰਜਰੀਆਂ, ਕੋਠੇ ਦੀ ਕੰਜਰੀ ਨਹੀਂ ਮੈਂ ਸਾਈਆਂ ਦੀ ਕੰਜਰੀਆਂ, ਕੋਠੇ ਹੀਰ ਕਹੋ ਮੈਨੂੰ ਨਾ ਹੀਰ ਕਹੋ ਮੈਨੂੰ ਮੈਂ ਰਾਂਝੇ ਦੀ ਵੰਜਲੀਆਂ, ਕੋਠੇ ਦੀ ਕੰਜਰੀ ਨਹੀਂ ਮੈਂ ਸਾਈਆਂ ਦੀ ਕੰਜਰੀਆਂ, ਕੋਠੇ ਦੀ ਕੰਜਰੀ ਨਹੀਂ ਮੈਂ ਸਾਈਆਂ ਦੀ ਕੰਜਰੀਆਂ, ਕੋਠੇ ਦੀ ਕੰਜਰੀ ਨਹੀਂ ਮੈਂ ਸਾਈਆਂ ਦੀ ਕੰਜਰੀਆਂ, ਕੋਠੇ ਦੀ ਕੰਜਰੀ ਨਹੀਂ ਮੈਂ ਉਸ ਤੋਂ ਬਾਅਦ ਵੀ ਦੁਨੀਆ ਟਿਕੀ ਨਹੀਂ, ਕੋਠੇ ਦੀ ਕਹਿੰਦੇ ਨੱਚਦੀ ਗਾਤ ਤੋਂ ਹੈ ਤਾਂ ਕਹਿੰਦੀ ਉਹਦੇ ਇਸ਼ਕ ਚ ਨੱਚਦੀਆਂ ਜਿੰਦੇ ਜੀ ਇਨਸਾਨ ਸੰਤਾਂ ਮਹਾਂਪੁਰਸ਼ਾਂ ਦੀ, ਭਗਤਾਂ ਦੀ, ਫਕੀਰਾਂ ਦੀ ਕਦਰ ਨਹੀਂ ਕਰਦਾ, ਜਦੋਂ ਮਰ ਜਾਂਦੇ ਆ ਪਰਦਾ ਕਰ ਲੈਂਦੇ ਆ, ਫਿਰ ਅਸੀਂ ਪਛਤਾਨੇ ਆ, ਰੋਨੇ ਆ, ਧੋਨੇ ਆ। ਜਿੰਦੇ ਜੀ ਸੰਤਾਂ ਮਹਾਂਪੁਰਸ਼ਾਂ ਦੀ, ਭਗਤਾਂ ਦੀ, ਫਕੀਰਾਂ ਦੀ ਕਦਰ ਕਰੋ, ਉਹਨਾਂ ਕੋ ਨਾਮ ਜੁਗਤੀ ਲੈ ਕੇ ਰੋਜ਼ ਭਜਨ ਸਿਮਰਨ ਦਾ ਅਭਿਆਸ ਕਰੋ, ਰੋਜ਼ ਬੰਦਗੀ ਕਰੋ, ਝੁਕਣਾ ਸਿੱਖ ਲਓ, ਝੁਕੇ ਹੋਏ ਨੂੰ ਹੀ ਫਲ ਲੱਗਦੇ ਆ, ਠੀਕ ਹੈ ਨਾ। ਕਿਸੇ ਕੋ ਕੁਝ ਲੈਣਾ ਹੋਵੇ ਤਾਂ ਨੀਵੇਂ ਹੋਣਾ ਪੈਂਦਾ ਆ, ਠੀਕ ਹੈ ਨਾ। ਜਦ ਤੱਕ ਅਸੀਂ ਨੀਵੇਂ ਨਹੀਂ ਹੋਵਾਂਗੇ, ਝੁਕਾਂਗੇ ਨਹੀਂ, ਗੱਲ ਕਿੱਦਾਂ ਬਣੇਗੀ, ਠੀਕ ਹੈ ਨਾ। ਔਰ ਪਰਮਾਤਮਾ ਰੱਬ ਦੀ ਗੱਲ ਕਰਦੇ ਆਪਾਂ, ਰੱਬ ਨੂੰ ਵੀ ਆਪਣੀ ਪਹਿਚਾਣ ਦੇਣ ਦੇ ਲਈ ਇਹ ਸਰੀਰ ਧਾਰਨ ਕਰਨਾ ਪਿਆ, ਇਹ ਦੇਹ ਧਾਰਨ ਕਰਨੀ ਪਈ। ਜਿੰਨੇ ਵੀ ਸੰਤ ਮਹਾਂਪੁਰਸ਼, ਫਕੀਰ, ਗੁਰੂ ਮਹਾਰਾਜ ਆਏ, ਸਾਰਿਆਂ ਨੇ ਦੇਹ ਧਾਰੀ ਆ, ਸਾਰਿਆਂ ਨੂੰ ਇਹ ਸਰੀਰ, ਇਹ ਦੇਹ ਮਿਲੀ ਆ, ਜਿਹਨੂੰ ਆਪਾਂ ਦੇਹ ਧਾਰੀ ਕਹਿੰਦੇ ਆ, ਠੀਕ ਹੈ ਨਾ। ਕਿਉਂਕਿ ਇਹੀ ਜਾਮੇ ਦੇ ਵਿੱਚ ਪ੍ਰਭੂ ਦੀ, ਪਰਮਾਤਮਾ ਦੀ ਪ੍ਰਾਪਤੀ ਕੀਤੀ ਜਾਂਦੀ ਹੈ, ਰੱਬ ਨੂੰ ਪਾਇਆ ਜਾ ਸਕਦਾ ਇਸੇ ਜਨਮ ਦੇ ਵਿੱਚ। ਬਾਕੀ 84 ਲੱਖ ਜੋਨੀਆਂ ਜਿਹੜੀ ਹੋਰ ਹੈਗੀਆਂ ਉਹ ਸਾਰੀਆਂ ਭੋਗ ਜੁਨੀਆਂ। ਔਰ ਇਹ ਜੀਵਨ ਜਿਹੜਾ ਮਨੁੱਖੀ ਚੋਲਾ ਹੈਗਾ, ਇਹ ਸਾਨੂੰ ਭਗਤੀ ਕਰਨ ਵਾਸਤੇ ਮਿਲਿਆ, ਬੰਦਗੀ ਕਰਨ ਵਾਸਤੇ ਮਿਲਿਆ। ਇਸ ਕਰਕੇ ਆਪਾਂ ਨੂੰ ਬਹੁਤ ਜਨਮ ਵਿਛੜੇ ਤੇ ਮਾਧੋ ਜੇ ਜਨਮ ਤੁਮਾਰੇ ਲੇਖੇ, ਪਤਾ ਨਹੀਂ ਅਸੀਂ ਕਿੰਨੇ ਜਨਮਾਂ ਤੋਂ ਉਸ ਰੱਬ ਤੋਂ, ਪ੍ਰਭੂ ਤੋਂ ਵਿਛੜੇ ਹੋਏ ਆ। ਇਹ ਜੀਵਨ ਸਾਨੂੰ ਉਸ ਪਰਮਾਤਮਾ ਦੇ ਲੇਖੇ ਲਗਾ ਦੇਣਾ ਚਾਹੀਦਾ। ਗੁਰੂ ਮਹਾਰਾਜ ਇਹ ਨਹੀਂ ਕਹਿੰਦੇ ਕਿ ਬੇਟੇ ਘਰ-ਬਾਰ ਛੱਡ ਦਿਓ, ਹਨਾ, ਕੰਮਕਾਰ ਛੱਡ ਦਿਓ, ਇਹ ਕੀ ਨਹੀਂ ਕਹਿੰਦੇ। ਤੁਸੀਂ ਸਵੇਰੇ ਅੰਮ੍ਰਿਤ ਵੇਲੇ ਸੰਭਾਲ ਕਰੋ, ਅੰਮ੍ਰਿਤ ਵੇਲੇ ਉੱਠ ਕੇ ਆਪਣਾ ਰੋਜ਼ ਬੰਦਗੀ ਕਰਕੇ ਘੱਟੋ ਘੱਟ ਤੁਹਾਡੀ 2.5-3 ਘੰਟੇ ਦੀ ਰੋਜ਼ ਦੀ ਸਿਟਿੰਗ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਫਿਰ ਆਪਣੇ ਸੰਸਾਰ ਦੇ ਕੰਮ ਧੰਦੇ ਕਰਿਆ ਕਰੋ, ਠੀਕ ਹੈ ਨਾ। ਜੇ ਤੁਸੀਂ ਰੋਜ਼ 2.5-3 ਘੰਟੇ ਪ੍ਰਮਾਤਮਾ ਨੂੰ ਦਿੰਦੇ ਆ ਤਾਂ 21 ਘੰਟੇ ਤੁਹਾਡੇ ਕੋਲ ਬਚੇ ਨੇ, ਠੀਕ ਹੈ ਨਾ। ਉਹਨੂੰ ਐਡਜਸਟਮੈਂਟ ਕਿੱਦਾਂ ਕਰਨੀ ਹੈ ਤੁਹਾਡੇ ਹੱਥ ਆ, ਟਾਈਮ ਕਿੱਦਾਂ ਕੱਢਣਾ ਹੈ ਵੀ ਤੁਹਾਡੇ ਹੱਥ ਆ, ਪ੍ਰਭੂ ਦੇ ਚਰਨਾਂ 'ਚ ਬਹਿਣਾ ਕਿੱਦਾਂ ਹੈ ਵੀ ਤੁਹਾਡੇ ਹੱਥ ਆ। ਤੁਸੀਂ ਸਮੇਂ ਵਿੱਚੋਂ ਸਮੇਂ ਕੱਢਣਾ, ਕਿੱਦਾਂ ਕੱਢਣਾ ਇਹ ਤੁਸੀਂ ਦੇਖਣਾ। ਉਹ ਹਮੇਸ਼ਾ ਪਰਮਾਤਮਾ, ਗੁਰੂ ਤੁਹਾਡੇ ਹਮੇਸ਼ਾ ਅੰਗ ਸੰਗ ਸਹਾਈ ਆ, ਹਮੇਸ਼ਾ ਨਾਲ ਨਾਲ ਆ। ਬਸ ਉਹਨੂੰ ਦੇਖਣ ਵਾਲੀ ਅੱਖ ਬਣਾ ਲਓ, ਮਹਿਸੂਸ ਕਰਨ ਦੀ ਕੋਸ਼ਿਸ਼ ਕਰੋ। ਪਰ ਅਸੀਂ ਲੋਕ ਪੈਸੇ ਦੀ ਦੌੜ ਪਿੱਛੇ, ਕੋਠੀਆਂ ਕਾਰਾਂ ਦੀ ਦੌੜ ਪਿੱਛੇ, ਜ਼ਮੀਨਾਂ ਜਾਇਦਾਦਾਂ ਦੀ ਦੌੜ ਪਿੱਛੇ ਉਸ ਨੂੰ ਮਹਿਸੂਸ ਹੀ ਨਹੀਂ ਕਰਦੇ, ਉਸ ਰੱਬ ਨੂੰ ਮਹਿਸੂਸ ਹੀ ਨਹੀਂ ਕਰਦੇ, ਹਨਾ। ਪਰ ਉਹ ਹਮੇਸ਼ਾ ਸਾਡੇ ਨਾਲ ਆ, ਹਮੇਸ਼ਾ ਅੰਗ ਸੰਗ ਸਹਾਈ, ਉਹ ਨਾਲ ਹਮੇਸ਼ਾ। ਉਹਨੂੰ ਦੇਖਣ ਦੀ ਕੋਸ਼ਿਸ਼ ਕਰੋ, ਉਹਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕਰੋ। ਮਹਿਸੂਸ ਤਾਂ ਹੋਵੇਗਾ ਜੇ ਅਸੀਂ ਉਹਦੇ ਚਰਨਾਂ 'ਚ ਬੈਠਾਂਗੇ, ਰੋਜ਼ ਬੰਦਗੀ ਕਰਾਂਗੇ, ਰੋਜ਼ ਇੱਥੇ ਧਿਆਨ ਲਗਾਵਾਂਗੇ। ਜੋ ਵੀ ਮਿਲਣਾ ਧਿਆਨ ਦੇ ਗਰਭ 'ਚੋਂ ਮਿਲਣਾ, ਠੀਕ ਹੈ ਨਾ। ਰੋਜ਼ ਬੰਦਗੀ ਕਰੋ। ਇਹ ਗੱਲਾਂ ਦਾ ਮਾਰਗ ਨਹੀਂ ਹੈਗਾ, ਤਰਕ ਦਾ ਵਿਸ਼ਾ ਨਹੀਂ ਹੈਗਾ, ਬਹਿਸ ਕਰਨ ਦਾ ਵਿਸ਼ਾ ਨਹੀਂ ਹੈਗਾ। ਰੱਬ ਦੇ ਨਾਂ ਤੇ ਮੂਰਖ ਲੋਕ ਬਹਿਸ ਕਰਦੇ ਆ, ਠੀਕ ਹੈ ਨਾ। ਕਿਉਂਕਿ ਇਹ ਇੱਕ ਇਹੋ ਜਿਹੀ ਚੀਜ਼ ਆ ਜਿਹਨੂੰ ਅਸੀਂ ਦਿਖਾ ਨਹੀਂ ਸਕਦੇ, ਸਿਰਫ ਆਨੰਦ ਲੈ ਸਕਦੇ, ਮਹਿਸੂਸ ਕਰ ਸਕਦੇ ਆ। ਹੁਣ ਆ ਇੱਕ ਟੋਫੀ ਆ, ਹੈਨਾ। ਹੁਣ ਜੇ ਇਸ ਨੂੰ ਮੈਂ ਖਾਊਂਗਾ, ਹੈਨਾ, ਆਨੰਦ ਲਊਂਗਾ,
ਇਹ ਖਾਵਾਂਗਾ ਇਸ ਨੂੰ ਟੋਫੀ ਨੂੰ ਤਾਂ ਮੈਨੂੰ ਇਹਦੇ ਸਵਾਦ ਦਾ ਪਤਾ ਲੱਗੇਗਾ, ਹੈਨਾ, ਕਿਉਂਕਿ ਮੈਂ ਖਾਦਾ ਇਹਨੂੰ ਮਹਿਸੂਸ ਕੀਤਾ ਆ, ਇਹਦਾ ਆਨੰਦ ਲਿੱਤਾ ਆ, ਠੀਕ ਹੈ ਨਾ। ਤੇ ਇਹਦਾ ਸਵਾਦ ਮੈਂ ਹੀ ਦੱਸ ਸਕਦਾ, ਦੂਜਾ ਬੰਦਾ ਨਹੀਂ ਦੱਸ ਸਕਦਾ। ਦੂਜਾ ਬੰਦਾ ਇਹਦਾ ਸਵਾਦ ਕਿੱਦਾਂ ਦਾ, ਅਗਲਾ ਹੀ ਕਿੱਦਾਂ ਕਰੇ। ਇਸੇ ਤਰ੍ਹਾਂ ਦੁਨੀਆ ਕਹਿੰਦੀ ਪ੍ਰਮਾਤਮਾ ਕਿੱਦਾਂ ਦਾ ਹੈਗਾ, ਕੌਣ ਪ੍ਰਮਾਤਮਾ, ਕਿੱਥੇ ਪ੍ਰਮਾਤਮਾ, ਠੀਕ ਹੈ ਨਾ। ਇਹ ਕੋਈ ਦਿਖਾਵੇ ਵਾਲੀ ਗੱਲ ਨਹੀਂ ਹੈਗੀ, ਇਹ ਆਨੰਦ ਲੈਣ ਦਾ ਸਫ਼ਰ ਆ, ਹਨਾ। ਜਿਹਨੇ ਗੁੜ ਖਾਦਾ ਉਹਨੂੰ ਸਵਾਦ ਆ, ਉਹਨੂੰ ਹੀ ਪਤਾ। ਜਿਹਨੇ ਅੰਬ ਖਾਦਾ ਉਹਨੂੰ ਅੰਬ ਦਾ ਸਵਾਦ ਦਾ ਪਤਾ, ਹਨਾ। ਜਿਹਨੇ ਬੰਦਗੀ ਨਹੀਂ ਕੀਤੀ, ਭਗਤੀ ਨਹੀਂ ਕੀਤੀ, ਹਨਾ, ਗੁਰੂ ਦਾ ਕਹਿਣਾ ਹੀ ਨਹੀਂ ਮੰਨਿਆ, ਮੁਰਸ਼ਿਦ ਆਪਣੇ ਕਹਿਣਾ ਹੀ ਨਹੀਂ ਮੰਨਿਆ, ਹਨਾ, ਉਹ ਲੋਕ, ਇਹ ਮੂਰਖ ਲੋਕ ਇਹ ਬਹਿਸ ਕਰਦੇ ਨੇ, ਠੀਕ ਨਹੀਂ। ਕੌਣ ਰੱਬ, ਕਿਹੜਾ ਰੱਬ, ਕਿੱਦਾਂ ਰੱਬ, ਹਨਾ। ਉਹ ਰੱਬ ਨੂੰ ਮੰਨਦੇ ਹੀ ਨਹੀਂ ਹੈਗੇ, ਉਹ ਹਮੇਸ਼ਾ ਬਹਿਸ ਦੇ ਪਿੱਛੇ ਪਏ ਰਹਿੰਦੇ ਆ, ਲੱਤਾਂ ਖਿੱਚੀਆਂ, ਥੋੜਾ ਜਿਹਾ ਕਿਤਾਬੀ ਗਿਆਨ ਇਕੱਠਾ ਕਰ ਲੈਂਦੇ ਆ, ਰੋਲਾ ਪਾਉਂਦੇ ਰਹਿੰਦੇ, ਦੁਹਾਈਆਂ ਪਾਉਂਦੇ ਰਹਿੰਦੇ ਆ, ਜੋ ਇੱਕ ਲੜਾਈ ਦਾ ਵਿਸ਼ਾ ਆ। ਬਾਹਰ ਦਾ ਜੋ ਵੀ ਕਿਤਾਬੀ ਗਿਆਨ ਆ, ਬਾਹਰ ਦਾ ਗਿਆਨ ਆ, ਇਹ ਸਾਡੇ ਹਜ਼ਾਰਾਂ ਸਵਾਲ ਪੈਦਾ ਕਰਦਾ, ਕਿੰਤੂ ਪਰੰਤੂ ਮਨ ਦੇ ਵਿੱਚ ਆਉਂਦੀ ਆ। ਪਰ ਜਦੋਂ ਅਸੀਂ ਪ੍ਰੈਕਟੀਕਲ ਕਰਨੇ ਆ, ਪ੍ਰੈਕਟੀਕਲ ਕਰਦੇ ਆ, ਹਨਾ, ਫਿਰ ਸਾਨੂੰ ਸੱਚ ਦਾ ਗਿਆਨ ਹੁੰਦਾ। ਜਦੋਂ ਅੰਦਰ ਆਵਾਂਗੇ, ਆਪ ਅਨੁਭਵ ਕਰਾਂਗੇ, ਸਾਡੇ ਸਾਰੇ ਸਵਾਲ ਖਤਮ ਹੋ ਜਾਣੇ, ਕਿੰਤੂ ਪਰੰਤੂ ਹੀ ਖਤਮ ਹੋ ਜਾਣੀ ਹੈ। ਤੇ ਇਸ ਕਰਕੇ ਜਦ ਤੱਕ ਅਸੀਂ ਜ਼ੀਰੋ ਨਹੀਂ ਹੁੰਦੇ, ਤਦ ਤੱਕ ਅਸੀਂ ਹੀਰੋ ਨਹੀਂ ਬਣ ਸਕਦੇ। ਜ਼ੀਰੋ ਹੋ ਕੇ ਹੀ ਹੀਰੋ ਬਣਨਾ ਆ, ਠੀਕ ਹੈ ਨਾ। ਪਹਿਲਾਂ ਆਪਣੇ ਆਪ ਨੂੰ ਸ਼ੂਨਯ ਤੇ ਲਾਓ ਕਿ ਮੈਂ ਕੁਝ ਵੀ ਹੈ ਨਹੀਂ। ਇੱਕ ਗੁਰੂ ਮਹਾਰਾਜ ਕੋਲ ਇੱਕ ਇਨਸਾਨ ਆਇਆ ਕਿ ਨਾਮਦਾਨ ਲੈਣ ਵਾਸਤੇ, ਤਾਂ ਮਹਾਰਾਜ ਨੇ ਪੁੱਛਿਆ ਕਿ ਬੇਟੇ ਤੂੰ ਕੀ ਕਰਦਾ ਆ, ਤੈਨੂੰ ਕਿੰਨਾ ਕੁ ਪਤਾ ਹੈਗਾ? ਕਹਿੰਦਾ ਮੈਨੂੰ ਬੜਾ ਗਿਆਨ ਆ, ਕਹਿੰਦਾ ਮੈਨੂੰ ਬਹੁਤ ਗਿਆਨ ਆ, ਮੈਂ ਬੜੀ ਸਟੱਡੀ ਕੀਤੀ, ਬੜਾ ਕੁਝ ਕੀਤਾ ਮੈਨੂੰ, ਕਹਿੰਦੇ ਬਹੁਤ ਗਿਆਨ ਆ। ਕਹਿੰਦੇ ਤੂੰ ਪ੍ਰਮਾਤਮਾ ਨੂੰ ਨਹੀਂ ਪਾ ਸਕਦਾ। ਦੂਜਾ ਬੰਦਾ ਨਾਲ ਖੜਾ ਸੀ, ਉਹ ਕਹਿੰਦਾ ਮਹਾਰਾਜ ਮੈਨੂੰ ਤਾਂ ਕੁਝ ਵੀ ਨਹੀਂ ਪਤਾ ਹੈਗਾ, ਮੈਨੂੰ ਤਾਂ ਇਹ ਨਹੀਂ ਪਤਾ ਕਿ ਮੈਂ ਕੌਣ ਆ। ਕਹਿੰਦੇ ਬੰਦਾ ਜਲਦੀ ਭਗਤੀ ਕਰ ਸਕਦਾ, ਕਿਉਂਕਿ ਇਹਦੇ ਮਨ ਦੇ ਵਿੱਚ ਕਿੰਤੂ ਪਰੰਤੂ ਨਹੀਂ ਹੈਗੇ, ਕੋਈ ਸਵਾਲ ਨਹੀਂ ਹੈਗਾ, ਠੀਕ ਹੈ ਨਾ। ਇਹ ਜ਼ੀਰੋ ਹੈ ਬਿਲਕੁਲ। ਇਹ ਜਲਦੀ ਹੀਰੋ ਬਣ ਸਕਦਾ ਹੈ। ਜਿਹਨੂੰ ਪਹਿਲਾਂ ਹੀ ਕੁਝ ਪਤਾ ਹੈ, ਪਹਿਲਾਂ ਹੀ ਇੰਨਾ ਕੁਝ ਪਤਾ, ਉਹਨੂੰ ਕੀ ਦੱਸ ਸਕਾਂਗੇ, ਠੀਕ ਹੈ ਨਾ। ਫਿਰ ਤਾਂ ਉਹਨੇ ਬਹਿਸ ਕਰਨਾ, ਉਹਨੂੰ ਸਮਝਾਉਣਾ ਇੱਕ ਮੂਰਖਤਾ ਵਾਲੀ ਗੱਲ ਆ। ਤੇ ਇਸ ਕਰਕੇ ਜੇ ਗੁਰੂ ਮੁਰਸ਼ਿਦ ਤੋਂ, ਸੰਤਾਂ ਮਹਾਂਪੁਰਸ਼ਾਂ ਕੋ, ਫਕੀਰਾਂ ਕੋ ਕੁਝ ਲੈਣਾ ਨਾ, ਤਾਂ ਜ਼ੀਰੋ ਬਣ ਕੇ ਜਾਈਦਾ ਹੁੰਦਾ ਕਿ ਮੈਨੂੰ ਕੁਝ ਪਤਾ ਹੀ ਨਹੀਂ ਹੈਗਾ। ਫਿਰ ਉਹ ਤੋਂ ਨਾਮ ਦੀ ਯੁਕਤੀ ਲੈ ਕੇ ਗੁਰੂ ਵਾਲੇ ਬਣ ਕੇ ਉਹਦਾ ਰੋਜ਼ ਅਭਿਆਸ ਕਰਨਾ, ਰੋਜ਼ ਸ਼ਬਦ ਦਾ ਅਭਿਆਸ ਕਰਨਾ, ਨਿਤਨੇਮ ਕਰਨਾ, ਆਪਣੇ ਅੰਦਰ ਦੀ ਯਾਤਰਾ ਤੈਅ ਕਰਨੀ ਹੈ। ਜਦੋਂ ਅਸੀਂ ਅੰਦਰ ਆਵਾਂਗੇ, ਅਨੁਭਵ ਕਰਾਂਗੇ ਆਪ, ਸਾਡੇ ਸਾਰੇ ਸਵਾਲਾਂ ਦੇ ਜਵਾਬ ਸਾਨੂੰ ਆਪਣੇ ਆਪ ਹੀ ਮਿਲ ਜਾਣਗੇ। ਜਦ ਤੱਕ ਅਸੀਂ ਅੰਦਰ ਨਹੀਂ ਆਉਂਦੇ, ਸਾਨੂੰ ਸੱਚੇ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ, ਅਸੀਂ ਉਸ ਨੂੰ ਜਾਣ ਹੀ ਨਹੀਂ ਸਕਦੇ, ਠੀਕ ਹੈ ਨਾ। ਤੇ ਇਸ ਕਰਕੇ ਕਦੇ ਵੀ ਤੁਸੀਂ ਕਿਸੇ ਨਾਲ ਵੀ ਰੱਬ ਦੇ ਨਾਂ ਤੇ ਬੈਸਣਾ ਨਹੀਂ ਹੈਗਾ, ਠੀਕ ਹੈ ਨਾ। ਕੋਈ ਤਰਕ ਨਹੀਂ ਕਰਨਾ, ਇਹ ਮੂਰਖ ਲੋਕ ਕਰਦੇ ਨੇ। ਤੁਸੀਂ ਆਪ ਜਿਸ ਨੂੰ ਵੀ ਤੁਹਾਨੂੰ ਭਰੋਸਾ, ਵਿਸ਼ਵਾਸ ਆ ਕਿ ਸੰਤ ਮਹਾਂਪੁਰਸ਼ਾਂ ਨਾਲ ਤੁਸੀਂ ਜੁੜੇ ਹੋ, ਫਕਰਾਂ ਫਕੀਰਾਂ ਨਾਲ ਜੁੜੇ ਹੋ, ਗੁਰੂਆਂ ਨਾਲ ਜੁੜੇ ਹੋਏ ਆ, ਉਹਦੇ ਕੋਲ ਨਾਮ ਦੀ ਯੁਕਤੀ ਲੈ ਕੇ ਰੋਜ਼ ਆਪਣਾ ਅਭਿਆਸ ਕਰਨਾ ਸ਼ੁਰੂ ਕਰੋ, ਠੀਕ ਹੈ ਨਾ। ਕੋਈ ਛੁੱਟੀ ਨਹੀਂ ਕਰਨੀ, ਕੋਈ ਨਾਗਾ ਨਹੀਂ ਕਰਨਾ। ਘੱਟੋ ਘੱਟ ਤੁਹਾਡੀ ਇੱਕ ਸੀਟਿੰਗ ਚੌਂਕੜੀ 2.5-3 ਘੰਟੇ ਦੀ ਹੋਣੀ ਚਾਹੀਦੀ ਆ, ਠੀਕ ਹੈ ਨਾ। ਆਪਣੇ ਸਰੀਰ ਨੂੰ ਬਿਲਕੁਲ ਢਿੱਲਾ ਛੱਡ ਕੇ ਚੌਂਕੜੀ ਮਾਰ ਕੇ ਇੱਥੇ ਧਿਆਨ ਲਾ ਕੇ ਬੈਠ ਜਾਓ। ਜ਼ਿਆਦਾ ਉੱਪਰ ਨਹੀਂ ਦੇਖਣਾ, ਜਦੋਂ ਅਸੀਂ ਜ਼ੋਰ ਉੱਪਰ ਲਾਉਂਦੇ ਸਾਡਾ ਸਿਰ ਦਰਦ ਕਰਦਾ। ਬਿਲਕੁਲ ਨੋਰਮਲ, ਹਲਕਾ ਜਿਹਾ ਦੇਖਣਾ ਉੱਪਰ, ਠੀਕ। ਰੋਜ਼ ਤੁਸੀਂ ਪ੍ਰੈਕਟਿਸ ਕਰੋਗੇ ਤਾਂ 2-4 ਦਿਨਾਂ ਬਾਅਦ ਕੁਛ ਨਾ ਕੁਛ ਤੁਹਾਡੇ ਸਰੀਰ ਵਿੱਚ ਹਲਚਲ ਹੋਵੇਗੀ, ਤੁਹਾਨੂੰ ਕੁਛ ਨਾ ਕੁਛ ਮਹਿਸੂਸ ਹੋਵੇਗਾ। ਫਿਰ ਤੁਸੀਂ ਹੋਰ ਸਮਾਂ ਵਧਾਓਗੇ, ਤੁਹਾਨੂੰ ਵਾਸੀਆਂ ਆਉਣੀ ਸ਼ੁਰੂ ਹੋ ਜਾਣੀ, ਵਾਸੀਆਂ ਲੱਗ ਪੈਣੀਆਂ। ਫਿਰ ਤੁਸੀਂ ਹੋਰ ਸਮਾਂ ਵਧਾਓਗੇ, ਅੱਖਾਂ 'ਚ ਪਾਣੀ ਆਉਣ ਲੱਗ ਪੈਣਾ, ਠੀਕ ਹੈ ਨਾ। ਅੱਖਾਂ 'ਚ ਪਾਣੀ ਆਉਣ ਲੱਗ ਪਿਆ, ਤੁਸੀਂ ਹੋਰ ਸਮਾਂ ਵਧਾਓ, ਹੋਰ ਰੋਜ਼ ਆਪਣੀ ਡਿਊਟੀ ਪੱਕੀ ਰੱਖੋ ਹਨਾ। ਫਿਰ ਤੁਹਾਨੂੰ ਝਟਕੇ ਪੈਣ ਲੱਗ ਪੈਣੇ। ਫਿਰ ਤੁਸੀਂ ਸੋਵੋਗੇ, ਜੋ ਸੁੱਤੇ ਪਏ ਤੁਹਾਨੂੰ ਝਟਕੇ ਪਾਓਗੇ, ਜਾਂ ਬੈਠੋਗੇ ਤੁਹਾਨੂੰ ਝਟਕੇ ਪਾਓਗੇ, ਬੰਦਗੀ ਕਰੋਗੇ ਤੁਹਾਨੂੰ ਝਟਕੇ ਪਾਓਗੇ, ਹਨਾ। ਫਿਰ ਤੁਸੀਂ ਹੋਰ ਭਗਤੀ ਕਰੋਗੇ, ਹਨਾ। ਫਿਰ ਸ਼ਾਇਦ ਫਿਰ ਉਹਦੀ ਰੰਗ ਹੀ ਕੁਝ ਹੋਰ ਆਵੇ, ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਹਨਾ। ਤੇ ਝਟਕੇ ਪੈਣੇ, ਮਹਿਸੂਸ ਕੁਝ ਹੋਣਾ, ਇਹ ਬਿਲਕੁਲ ਨੀਚੇ ਦੇ ਵੈਸੇ ਸੌਦੇ ਨੇ। ਜਦੋਂ ਤੁਸੀਂ ਇੱਥੇ ਪਹੁੰਚ ਗਏ, ਇਹ ਸਫ਼ਰ ਸਾਰਾ ਤੈਅ ਕਰਕੇ ਇੱਥੇ ਪਹੁੰਚ ਗਏ,
ਫਿਰ ਤੁਹਾਨੂੰ ਫਿਰ ਬੈਠਣ ਦੀ ਸ਼ਾਇਦ ਲੋੜ ਨਾ ਪਵੇ। ਫਿਰ ਤੁਸੀਂ ਚੱਲਦੇ ਫਿਰਦੇ ਉੱਠਦੇ ਬਹਿੰਦੇ ਸੌਂਦੇ ਜਾਗਦੇ ਵੀ ਹਰ ਟਾਈਮ ਤੁਹਾਡਾ ਉਹ ਗੱਲ ਜਿਹੜੀ ਉਹ ਚੱਕਰ ਚੱਲੀ ਜਾਣਾ ਹਨਾ, ਉਹ ਆਨੰਦ ਤੁਹਾਨੂੰ ਮਿਲ ਹੀ ਜਾਣਾ। ਇਹ ਸੀਟਿੰਗ ਉਦ ਤੱਕ ਬੈਠਣਾ ਜਦ ਤੱਕ ਤੁਹਾਡੀ ਇੱਥੇ ਤੱਕ ਤੁਸੀਂ ਉਸ ਜੋਤ ਦੇ ਦਰਸ਼ਨ, ਉਸ ਪ੍ਰਕਾਸ਼ ਦੇ ਦਰਸ਼ਨ ਨਹੀਂ ਕਰਦੇ। ਠੀਕ ਹੈ ਨਾ, ਇੱਥੇ ਪਹੁੰਚ ਜਾਓ। ਫਿਰ ਅੱਗੇ ਆਪਣੇ ਜਦੋਂ ਇੱਥੇ ਪਹੁੰਚ ਗਏ ਫਿਰ ਆਪਣੇ ਗੁਰੂ ਨਾਲ ਮੁਰਸ਼ਿਦ ਨਾਲ ਸਵਾਲ ਕਰਿਓ ਕਿ ਗੁਰਦੇਵ ਮੈਂ ਇੱਥੇ ਪਹੁੰਚ ਗਿਆ। ਉਹ ਨਿਸ਼ਾਨੀ ਪੁੱਛੂਗਾ ਤੁਹਾਨੂੰ, ਤੁਸੀਂ ਉਹ ਨਿਸ਼ਾਨੀ ਦੱਸਣੀ ਆ। ਠੀਕ ਹੈ ਨਾ, ਕਿਉਂਕਿ ਗੱਲਾਂ ਬਾਹਰੋਂ ਕਿਤਾਬੀ ਗਿਆਨ ਇਕੱਠਾ ਕਰ ਲੈਂਦੇ, ਤਰਕਬਾਜ਼ੀ ਬਹੁਤ ਲੋਕ ਕਰਦੇ ਨੇ ਹਨਾ। ਉਹ ਆਪਣੇ ਗੁਰੂ ਨਾਲ ਮੁਰਸ਼ਿਦ ਨਾਲ ਬੜੇ ਸਵਾਲ ਕਰਦੇ ਨੇ, ਪਰ ਆਪ ਅਨੁਭਵ ਨਹੀਂ ਕਰਦੇ, ਪ੍ਰੈਕਟੀਕਲ ਨਹੀਂ ਕਰਦੇ। ਜੋ ਤੁਸੀਂ ਅਭਿਆਸ ਕਰਕੇ ਇੱਥੇ ਪਹੁੰਚੋਗੇ, ਇੱਥੇ ਜੋਤ ਦੇ ਦਰਸ਼ਨ ਕਰੋਗੇ। ਗੁਰੂ ਸਾਹਿਬ ਵੀ ਕਹਿੰਦੇ ਨਾ ਇਸ ਗੁਫਾ ਅੰਦਰ ਜੋਤ ਰੱਖ ਪਵਨ ਵਾਜਾ ਵਜਾਇਆ ਹਨਾ, ਗੁਰਦੁਆਰੇ ਲਾਏ ਭਾਗਨੀ 10ਵਾਂ ਗੁਪਤ ਖਾਇਆ। ਕਹਿੰਦੇ ਨਾ ਇਹ ਗੁਫਾ ਹੈ ਨਾ, ਸਰੀਰ ਹੈ, ਇਨ ਸਰੀਰ ਨੂੰ ਕਿਹਾ ਗਿਆ ਜੋਤ ਰੱਖ ਪਵਨ ਵਾਜਾ ਵਜਾਇਆ। ਉਸ ਜੋਤ ਦੇ ਦਰਸ਼ਨ ਕਰਨੇ ਆਪਾਂ, ਉਹਦਾ ਦੀਦਾਰ ਕਰਨਾ ਹੈ, ਉਸ ਪ੍ਰਕਾਸ਼ ਦਰਸ਼ਨ ਕਰਨੇ ਆ। ਫਿਰ ਮੈਂ ਸਮਝਾਂਗਾ ਤੁਸੀਂ ਪਾਸ ਹੋ ਜੋ ਇੱਥੇ ਪਹੁੰਚ ਗਏ। ਠੀਕ ਹੈ, ਤੁਸੀਂ 10 ਵਾਰ ਪਾਠ ਕਰ ਲਿਆ, 20 ਵਾਰ ਪਾਠ ਕਰ ਲਿਆ, ਨਿਤਨੇਮ ਕਰੀ ਜਾ ਰਹੇ, ਪਰ ਉੱਤੇ ਅਮਲ ਹੀ ਨਹੀਂ ਕੀਤਾ, ਉੱਤੇ ਦਾ ਆਪਣਾ ਜੀਵਨ ਨਹੀਂ ਬਣਾਇਆ, ਉਹਦਾ ਅਭਿਆਸ ਹੀ ਨਹੀਂ ਕੀਤਾ, ਇੱਥੇ ਪਹੁੰਚੇ ਨਹੀਂ ਹੈਗੇ, ਤਾਂ ਤੁਹਾਡਾ ਪੜਿਆ ਪੜਾਇਆ ਸਭ ਤੁਸੀਂ ਫੇਲ ਹੋ, ਵਿਅਰਥ ਆ। ਠੀਕ ਹੈ ਨਾ, ਇਹ ਤੁਸੀਂ ਉਹ ਸੱਚੇ ਆਨੰਦ ਦੀ ਪ੍ਰਾਪਤੀ ਨਹੀਂ ਕਰ ਸਕਦੇ ਜਦ ਤੱਕ ਤੁਸੀਂ ਇੱਥੇ ਨਹੀਂ ਪਹੁੰਚਦੇ। ਤਦ ਤੱਕ ਤੁਸੀਂ ਤਰ੍ਹਾਂ ਤਰ੍ਹਾਂ ਦੇ ਸਵਾਲ ਕਰੀ ਜਾਣੇ ਆ। ਅਸੀਂ ਲੋਕ ਉਹਦੀ ਬੰਦਗੀ ਕਰਦੇ ਆ ਜਿਹਨੂੰ ਅਸੀਂ ਦੇਖਿਆ ਹੀ ਨਹੀਂ ਕਦੇ। ਅਸੀਂ ਉਸ ਨਾਲ ਪ੍ਰੇਮ ਕਰਦੇ ਜਿਹਨੂੰ ਅਸੀਂ ਕਿ ਦੇਖਿਆ ਹੀ ਨਹੀਂ ਕਦੇ। ਉਹਦੀ ਭਗਤੀ ਕਰਦੇ ਜਿਹਨੂੰ ਅਸੀਂ ਦੇਖਿਆ ਹੀ ਨਹੀਂ ਕਦੇ। ਜਿਹੜਾ ਸਾਹਮਣੇ ਸਾਡੇ ਘੁੰਮਦਾ ਆ, ਕੋਈ ਸੰਤ ਮਾਪ ਫਕੀਰ, ਅਸੀਂ ਉਸ ਨੂੰ ਮੰਨਦੇ ਨਹੀਂ। ਜਿਹੜਾ ਦਿਖਦਾ ਆ ਉਸ ਨੂੰ ਅਸੀਂ ਮੰਨਦੇ ਨਹੀਂ, ਜਿਹੜਾ ਨਹੀਂ ਦਿਖਦਾ ਅਸੀਂ ਉਸ ਨੂੰ ਮੰਨਦੇ ਆ। ਆਪਾਂ ਬੈਂਕ ਦੇ ਵਿੱਚ ਲੋਨ ਲੈਣਾ ਹੋਵੇ, ਐਗਜ਼ਾਮਪਲ ਦੇਣਾ ਛੋਟੀ ਜੀ, ਬੈਂਕ ਦੇ ਵਿੱਚ ਲੋਨ ਲੈਣ ਜਾਣਾ ਹੋਵੇ, ਜੇ ਉਹ ਮੈਨੇਜਰ ਬੈਠਾ ਹੋਵੇ ਬੈਂਕ ਦਾ, ਬੈਂਕ ਮੈਨੇਜਰ ਬੈਠਾ ਹੋਵੇ, ਅਸੀਂ ਕਹਾਂ ਨਹੀਂ ਜੀ ਉਹ ਤੁਹਾਡੇ ਪੁਰਾਣਾ ਜਿਹੜਾ ਮੈਨੇਜਰ ਸੀ ਉਹ ਤੋਂ ਅਸੀਂ ਲੋਨ ਲੈਣਾ, ਉਹ ਦੇ ਦੇਗਾ? ਨਹੀਂ ਦੇ ਸਕਦਾ। ਮੌਕੇ ਦਾ ਮੈਨੇਜਰ, ਮੌਕੇ ਦਾ ਬੈਂਕ ਮੈਨੇਜਰ ਜਿਹੜਾ ਸੀਟ ਤੇ ਉੱਥੇ ਬੈਠਾ ਹੋਵੇਗਾ ਉਹੀ ਤੁਹਾਨੂੰ ਲੋਨ ਕਰਜ਼ਾ ਜੋ ਵੀ ਕੁਝ ਦੇ ਸਕਦਾ ਹੈ। ਜੇ ਉਹ ਮੌਕੇ ਦਾ ਨਹੀਂ ਹੈਗਾ ਅਫਸਰ, ਚਾਹੇ ਰਿਟਾਇਰ ਹੋ ਗਿਆ ਉਹ ਹਨਾ, ਰਿਟਾਇਰ ਹੋ ਗਿਆ, ਉਹ ਤੁਹਾਡੀ ਹੈਲਪ ਨਹੀਂ ਕਰ ਸਕਦਾ, ਉਹ ਤੁਹਾਨੂੰ ਕੁਝ ਨਹੀਂ ਦੇ ਸਕਦਾ। ਤੇ ਮੌਕੇ ਦੇ ਸੰਤ ਦੀ, ਮੌਕੇ ਦੇ ਫਕੀਰ ਦੀ, ਮੁਰਸ਼ਿਦ ਦੀ, ਫਕਰ ਦੀ ਹਨਾ, ਉਹੀ ਤੁਹਾਡੀ ਹੈਲਪ ਕਰ ਸਕਦਾ, ਉਹੀ ਤੁਹਾਨੂੰ ਉੱਥੇ ਤੱਕ ਪਹੁੰਚਾ ਸਕਦਾ ਹੈ। ਪਰ ਅਸੀਂ ਲੋਕ ਸਾਹਮਣੇ ਸੰਤ ਮਹਾਂਪੁਰਸ਼ ਫਕੀਰ ਘੁੰਮਦੇ ਆ, ਅਸੀਂ ਉਹਨਾਂ ਦੀ ਕਦਰ ਹੀ ਨਹੀਂ ਕਰਦੇ। ਉਹਨਾਂ ਨੂੰ ਅਸੀਂ ਆਪਣੇ ਵਰਗੇ ਸਮਝਦੇ ਆ, ਖਾਂਦੇ ਆ, ਸਾਡੇ ਮੂੰਹ ਖਾਂਦਾ ਆ, ਪੀਂਦਾ ਆ, ਸੌਂਦਾ ਆ, ਜਾਗਦਾ ਆ, ਨਹਾਉਂਦਾ ਆ, ਧੋਂਦਾ ਆ, ਬਸ ਹਨਾ। ਇਹਨਾਂ ਅੱਖਾਂ ਨਾਲ ਬਾਹਰਲੀ ਅਸੀਂ ਨਰ ਦੀ ਦ੍ਰਿਸ਼ਟੀ ਨਾਲ ਦੇਖਦੇ ਉਹਨੂੰ, ਮਤਲਬ ਬਾਹਰ ਦੀ ਦ੍ਰਿਸ਼ਟੀ ਨਾਲ ਉਸ ਨੂੰ ਦੇਖਦੇ ਆ, ਤੇ ਸਾਨੂੰ ਉਹ ਆਪਣੇ ਵਰਗਾ ਨਜ਼ਰ ਆਉਂਦਾ। ਜੋ ਅਸੀਂ ਨਾਰਾਇਣ ਦੀ ਦ੍ਰਿਸ਼ਟੀ ਨਾਲ ਦੇਖਾਂਗੇ, ਉਸ ਅੰਦਰ ਦੀ ਦ੍ਰਿਸ਼ਟੀ ਨਾਲ ਦੇਖਾਂਗੇ, ਉਹ ਦ੍ਰਿਸ਼ਟੀ ਤਾਂ ਬਣੇਗੀ ਜੇ ਅਸੀਂ ਰੋਜ਼ ਭਗਤੀ ਕਰਾਂਗੇ, ਰੋਜ਼ ਬੰਦਗੀ ਕਰਾਂਗੇ, ਆਪਣੇ ਅੰਦਰ ਸਾਡੇ ਵਿਰਾਗ ਆਵੇਗਾ, ਸਾਡੇ ਅੰਦਰ ਪ੍ਰਭੂ ਨੂੰ ਪਾਉਣ ਦੀ ਤੜਫ ਹੋਵੇਗੀ, ਤਾਂ ਹੀ ਅਸੀਂ ਸਾਹਮਣੇ ਬੈਠੇ ਬੰਦੇ ਨੂੰ, ਖੜੇ ਬੰਦੇ ਨੂੰ ਪਹਿਚਾਨ ਸਕਦੇ ਹਾਂ। ਉਦ ਤੱਕ ਸਾਡੇ ਮਨ 'ਚ ਸਵਾਲ ਹੀ ਰਹਿਣੇ ਆ। ਠੀਕ ਹੈ ਨਾ, ਫਿਰ ਅਸੀਂ ਲੋਕ ਉਸ ਦੀ ਕਦਰ ਨਹੀਂ ਕਰਦੇ। ਅਸੀਂ ਉਹਦੀ ਕਦਰ ਕਰਦੇ ਜਿਹਨੂੰ ਅਸੀਂ ਦੇਖਿਆ ਹੀ ਨਹੀਂ, ਕਦੇ ਮਿਲਿਆ ਹੀ ਨਹੀਂ ਹੈਗਾ। ਜਿਹਨੂੰ ਆਪਾਂ ਦੇਖਿਆ ਹੀ ਨਹੀਂ ਆ, ਜਿਹਨੂੰ ਆਪਾਂ ਮਿਲਿਆ ਨਹੀਂ, ਅਸੀਂ ਉਹਨੂੰ ਕਿੱਦਾਂ ਪਾ ਸਕਦੇ ਹਾਂ, ਕਿੱਦਾਂ ਅਸੀਂ ਮਿਲ ਸਕਦੇ ਹਾਂ। ਅਸੀਂ ਚਿੱਠੀ ਪਾਣੀ ਹੈ, ਕੋਈ ਐਗਜ਼ਾਮਪਲ ਦੇਣਾ ਦੂਜਾ, ਅਸੀਂ ਕੋਈ ਚਿੱਠੀ ਪਾ ਰਹੇ ਹਾਂ, ਚਿੱਠੀ ਲਿਖ ਦਿੱਤੀ, ਉੱਤੇ ਐਡਰੈਸ ਹੀ ਨਾ ਲਿਖਿਆ, ਕੌਣ ਕਿੱਥੇ ਰਹਿੰਦਾ, ਉਹ ਕਿੱਦਾਂ ਦਾ ਹੈਗਾ ਹਨਾ, ਬੰਦੇ ਦਾ ਨਾਂ ਹੀ ਨਹੀਂ ਪਤਾ, ਸਾਡੀ ਚਿੱਠੀ ਉੱਤੇ ਕਿੱਦਾਂ ਪਹੁੰਚੇਗੀ? ਕੋਈ ਪਤਾ ਹੀ ਹੈ ਨਹੀਂ ਉਹਦਾ। ਅਗਰ ਕਿਸੇ ਦਾ ਪਤਾ ਹੀ ਨਾ ਹੋਵੇ, ਐਡਰੈਸ ਹੀ ਨਾ ਪਤਾ ਹੋਵੇ ਸਾਨੂੰ, ਉਦ ਤੱਕ ਚਿੱਠੀ ਕਿੱਦਾਂ ਪਹੁੰਚ ਸਕਦੀ ਹੈ? ਇਸੇ ਤਰ੍ਹਾਂ ਜੋ ਮੌਜੂਦਾ ਸੰਤ ਮਹਾਂਪੁਰਸ਼ ਫਕੀਰ ਹੁੰਦੇ ਆ, ਠੀਕ ਆ, ਇਹ ਮੌਕੇ ਦੇ ਵਜ਼ੀਰ ਹੁੰਦੇ ਆ, ਉਸ ਪਰਮਾਤਮਾ ਦੇ ਵਜ਼ੀਰ ਹੁੰਦੇ ਆ। ਇਹਨਾਂ ਹੱਥੀ ਸਭ ਕੁਝ ਹੁੰਦਾ ਹੈ। ਇਹਨਾਂ ਦੇ ਜਰੀਏ ਅਸੀਂ ਪਰਮਾਤਮਾ ਤੱਕ, ਉਸ ਅੱਲਾਹ ਤੱਕ, ਉਸ ਵਾਹਿਗੁਰੂ ਤੱਕ, ਰਾਮ ਤੱਕ ਅਸੀਂ ਪਹੁੰਚ ਸਕਦੇ। ਬਿਨਾਂ ਗੁਰੂ ਦੇ ਅਸੀਂ, ਬਿਨਾਂ ਟੀਚਰ ਦੇ ਅਸੀਂ ਕਦੇ ਵੀ ਪੜ੍ਹਾਈ ਨਹੀਂ ਕਰ ਸਕਦੇ, ਬਿਨਾਂ ਗੁਰੂ ਦੇ ਅਸੀਂ ਕਦੇ ਵੀ ਰੱਬ ਤੱਕ ਨਹੀਂ ਪਹੁੰਚ ਸਕਦੇ। ਸਾਨੂੰ ਜਿੰਦਾ ਗੁਰੂ ਦੀ ਜ਼ਰੂਰਤ ਪੈਣੀ ਆ, ਕਿਉਂਕਿ ਸਾਨੂੰ ਪਸ਼ੂਆਂ ਦੀ ਭਾਸ਼ਾ ਸਮਝ ਆਉਂਦੀ ਨਹੀਂ, ਪੰਛੀਆਂ ਦੀ ਭਾਸ਼ਾ ਸਮਝ ਆਉਂਦੀ ਨਹੀਂ, ਦੇਵ ਦੇਵਤਾ ਅਸੀਂ ਦੇਖੇ ਨਹੀਂ ਹੈਗੇ, ਉਹਨਾਂ ਗੱਲ ਕਿੱਦਾਂ ਕਰਾਂਗੇ? ਸਾਨੂੰ ਹੋਰ ਕਿਸੇ ਜੀਵ ਜੰਤੂ ਦੀ ਭਾਸ਼ਾ ਨਹੀਂ ਆਉਂਦੀ। ਇਨਸਾਨ ਦੀ ਭਾਸ਼ਾ ਸਮਝ ਸਕਦਾ, ਠੀਕ ਹੈ, ਇਨਸਾਨ ਨੂੰ ਸਮਝਾ ਸਕਦਾ। ਠੀਕ ਹੈ, ਤੁਹਾਡੇ ਮਨ ਦੇ ਸਵਾਲ ਆ ਹਨਾ, ਕੋਈ ਗੱਲ ਆ ਤੁਹਾਡੇ 'ਚ,
ਤੁਸੀਂ ਕਿਹਨੂੰ ਦੱਸੋਗੇ? ਤੁਸੀਂ ਆਪਣੇ ਵਰਗੇ ਇਨਸਾਨ ਨੂੰ ਦੱਸੋਗੇ ਜਾਂ ਕਿਸੇ ਸੰਤ ਮਹਾਂਪੁਰਸ਼ ਫਕੀਰ ਨਾਲ ਗੱਲ ਕਰੋਗੇ? ਜਦੋਂ ਗੱਲ ਕਰੋਗੇ ਤੁਹਾਨੂੰ ਸਵਾਲ ਦਾ ਜਵਾਬ ਮਿਲ ਜਾਏਗਾ, ਠਹਿਰਾਵ ਆ ਜਾਏਗਾ ਤੁਹਾਡੇ ਮਨ ਦੇ ਵਿੱਚ। ਜਿਹਨੂੰ ਅਸੀਂ ਦੇਖਿਆ ਨਹੀਂ ਹੈਗਾ, ਜਿਹਨੂੰ ਅਸੀਂ ਮਿਲੇ ਨਹੀਂ ਹੈਗੇ, ਉਹਨੂੰ ਕਿੱਦਾਂ ਸਵਾਲ ਦਾ ਸਾਨੂੰ ਕਿੱਦਾਂ ਜਵਾਬ ਮਿਲੇਗਾ? ਉਤੋਂ ਅਸੀਂ ਪੱਥਰਾਂ ਨੂੰ ਪੁੱਜੀ ਜਾ ਰਹੇ ਹਾਂ, ਹਨਾ? ਪੱਥਰ ਕਿੱਦਾਂ ਸਾਨੂੰ ਜਵਾਬ ਦੇਗਾ? ਠੀਕ ਆ, ਅਸੀਂ ਮਜ਼ਾਰਾਂ ਨੂੰ ਪੁੱਛਦੇ ਆ, ਹਨਾ? ਉਹ ਕਿੱਦਾਂ ਸਾਨੂੰ ਜਵਾਬ ਦੇਵੇਗੀ? ਬਾਹਰ ਜੋ ਵੀ ਕੁਛ ਹੈ, ਮੈਂ ਇਸ ਨੂੰ ਮਾੜਾ ਨਹੀਂ ਕਵਾਂਗਾ, ਪਰ ਮੇਰੇ ਮਨ ਦੇ ਵਿੱਚ ਕੋਈ ਸਵਾਲ ਆ, ਮੈਂ ਦੀਵਾਰਾਂ ਨੂੰ ਕਿੱਦਾਂ ਪੁੱਛੂੰਗਾ? ਦੀਵਾਰਾਂ ਮੈਨੂੰ ਜਵਾਬ ਦੇ ਦੇਣਗੀਆਂ, ਕੰਧਾਂ ਮੈਨੂੰ ਜਵਾਬ ਦੇਵੇਗੀਆਂ ਮੇਰੇ ਸਵਾਲ ਦਾ, ਜਾਂ ਮੂਰਤੀਆਂ ਮੈਨੂੰ ਜਵਾਬ ਦੇਵੇਗੀਆਂ ਮੇਰੇ ਗੱਲ ਦਾ? ਅਸੀਂ ਉਸ ਨੂੰ ਪਿਆਰ ਕਰਦੇ ਹਾਂ ਜਿਹਨੂੰ ਉਸਨੂੰ ਦੇਖਿਆ ਹੀ ਨਹੀਂ ਹੈਗਾ, ਠੀਕ ਹੈ ਨਾ? ਜਿਹਨੂੰ ਦੇਖਿਆ ਨਹੀਂ ਅਸੀਂ ਉਸ ਨਾਲ ਪਿਆਰ ਕਰਦੇ ਹਾਂ, ਜਿਹੜਾ ਦਿਖਦਾ ਅਸੀਂ ਉਸ ਨੂੰ ਪਿਆਰ ਨਹੀਂ ਕਰਦੇ। ਸਾਡੀ ਗੱਲ ਕਿੱਦਾਂ ਮੜੇਗੀ? ਕਿੱਦਾਂ ਅਸੀਂ ਰੱਬ ਤੱਕ ਪਹੁੰਚਾਂਗੇ? ਅਸੀਂ ਤਾਂ ਆਪਣੇ ਆਪ ਨੂੰ ਧੋਖਾ ਦੇਈ ਜਾ ਰਹੇ ਹਾਂ, ਆਪਣਾ ਸਮਾਂ ਖਰਾਬ ਕਰੀ ਜਾ ਰਹੇ ਹਾਂ, ਆਪਣੇ ਜੀਵਨ ਦੇ ਜਿਹੜੇ ਸਵਾਸ, ਕੀਮਤੀ ਸਵਾਸ ਆ, ਅਸੀਂ ਉਹਨਾਂ ਨੂੰ ਖਤਮ ਕਰੀ ਜਾ ਰਹੇ ਹਾਂ। ਇਸ ਲਈ ਮੇਰੀ ਆਪਦੇ ਚਰਨਾਂ 'ਚ ਇਹੀ ਬੇਨਤੀ ਆ ਕਿ ਪੂਰਨ ਮੁਰਸ਼ਦ, ਮੌਕੇ ਦੇ ਸੰਤ ਮਹਾਂਪੁਰਸ਼ ਫਕੀਰਾਂ ਦੀ ਕਦਰ ਕਰੋ। ਉਹਨਾਂ ਕੋਲ ਜਾ ਕੇ ਨਾਮ ਦੀ ਯੁਕਤੀ ਲੈ ਕੇ ਸ਼ਬਦ ਦਾ ਅਭਿਆਸ ਕਰੋ ਰੋਜ਼। ਜੋ ਤੁਸੀਂ ਅਭਿਆਸ ਕਰੋਗੇ, ਅੰਦਰ ਆਓਗੇ, ਤੁਹਾਨੂੰ ਸੱਚ ਦਾ ਗਿਆਨ ਹੋਵੇਗਾ, ਠੀਕ ਹੈ ਨਾ? ਔਰ ਦੇਹਧਾਰੀ ਬਾਰ-ਬਾਰ ਇਹ ਗੱਲ ਹੁੰਦੀ ਆ, ਠੀਕ ਹੈ ਨਾ? ਇਸ ਸੰਸਾਰ 'ਚ ਜੋ ਵੀ ਆਇਆ, ਕੋਈ ਵੀ ਸੰਤ ਮਹਾ ਫਕੀਰ, ਗੁਰੂ ਮਹਾਰਾਜ, ਕੋਈ ਵੀ ਆਇਆ, ਉਸਨੇ ਦੇਹ ਹੀ ਧਾਰੀ ਆ, ਠੀਕ ਹੈ ਨਾ? ਦੇਹ ਸਾਡੇ ਵਾਂਗੂ ਦੇਹ ਧਾਰ ਕੇ ਉਹਨੇ ਗੱਲਾਂ ਕੀਤੀਆਂ, ਉਹਨੇ ਸਾਡਾ ਮਾਰਗਦਰਸ਼ਨ ਕੀਤਾ, ਠੀਕ ਹੈ ਨਾ? ਅੱਗੇ ਵੀ ਸਕੂਲ ਦੇ ਵਿੱਚ ਆਪਾਂ ਬੱਚਿਆਂ ਨੂੰ ਪੜ੍ਹਾਉਣਾ ਤੇ ਟੀਚਰ ਦੀ ਲੋੜ ਤਾਂ ਪੈਂਦੀ ਹੈ ਨਾ। ਬਿਨਾਂ ਟੀਚਰ ਦੇ ਅਸੀਂ ਕਿੱਦਾਂ ਪਾਲਾਂਗੇ, ਠੀਕ ਹੈ ਨਾ? ਗੁਰੂ, ਜਿਹੜੇ ਪੂਰਨ ਗੁਰੂ ਮੁਰਸ਼ਦ ਆ, ਉਹ ਕਦੇ ਨਹੀਂ ਕਹਿੰਦੇ ਕਿ ਬੇਟੇ ਮੇਰੀ ਭਗਤੀ ਕਰੋ, ਮੇਰੀ ਬੰਦਗੀ ਕਰੋ। ਪੂਰਨ ਗੁਰੂ, ਪੂਰਨ ਮਹਾਪੁਰਸ਼, ਪੂਰਨ ਸੰਤ ਫਕੀਰ, ਉਹ ਕਦੇ ਨਹੀਂ ਕਹਿੰਦਾ ਕਿ ਮੇਰੀ ਭਗਤੀ ਕਰੋ। ਉਹ ਹਮੇਸ਼ਾ ਉਸ ਅੱਲਾ ਨਾਲ, ਉਸ ਵਾਹਿਗੁਰੂ ਨਾਲ, ਉਸ ਰਾਮ ਨਾਲ, ਉਸ ਕ੍ਰਿਸ਼ਨ ਨਾਲ ਜੋੜੇਗਾ, ਉਸ ਪਰਮਾਤਮਾ ਦੀ ਭਗਤੀ ਕਰਾਏਗਾ ਤੁਹਾਡੇ ਨੂੰ, ਠੀਕ ਆ? ਔਰ ਦੂਜੀ ਗੱਲ, ਪੂਰਨ ਗੁਰੂ, ਪੂਰਨ ਮਹਾਪੁਰਸ਼, ਸੰਤ ਫਕੀਰ, ਠੀਕ ਹੈ ਨਾ, ਕਦੇ ਨਹੀਂ ਕਹੇਗਾ ਕਿ ਮੇਰੇ ਅੱਗੇ ਪਿੱਛੇ ਘੁੰਮੋ। ਉਹ ਕਹੇਗਾ ਕਿ ਤੁਸੀਂ ਰੋਜ਼ ਸ਼ਬਦ ਦਾ ਅਭਿਆਸ ਕਰੋ, ਇੱਥੇ ਆ ਜਾਓ, ਇੱਥੇ ਜਦੋਂ ਤੁਸੀਂ ਪਹੁੰਚ ਗਏ ਤੁਹਾਨੂੰ ਸੱਚ ਦਾ ਪਤਾ ਲੱਗ ਜਾਏਗਾ, ਠੀਕ ਹੈ ਨਾ? ਮੇਰੀ ਇਸ ਦੇਹ ਨਾਲ, ਮੇਰੇ ਸਰੀਰ ਨਾਲ ਪਿਆਰ ਨਾ ਕਰੋ, ਮੇਰੇ ਸਰੀਰ ਨਾਲ ਪ੍ਰੇਮ ਨਾ ਕਰੋ, ਪਿਆਰ ਨਾ ਕਰੋ, ਮੇਰੇ ਅੱਗੇ ਪਿੱਛੇ ਨਾ ਘੁੰਮੋ। ਤੁਸੀਂ ਬੰਦਗੀ ਕਰੋ, ਤੁਸੀਂ ਭਗਤੀ ਕਰੋ, ਤੁਸੀਂ ਇੱਥੇ ਪਹੁੰਚ ਜਾਓ। ਜੋ ਤੁਸੀਂ ਇੱਥੇ ਪਹੁੰਚ ਗਏ ਤੁਹਾਨੂੰ ਸੱਚ ਦਾ ਅਨੁਭਵ ਹੋ ਜਾਏਗਾ, ਤੁਹਾਡਾ ਗੁਰੂ ਮੁਰਸ਼ਦ ਇੱਥੇ ਬੈਠਾ। ਤਾਂ ਕਹਿੰਦੇ ਸ਼ਬਦ ਗੁਰੂ ਧੁਨ ਚੇਲਾ, ਕਹਿੰਦੇ ਨਾ? ਤੁਸੀਂ ਸ਼ਬਦ ਦਾ ਰੋਜ਼ ਅਭਿਆਸ ਕਰਕੇ, ਜੋ ਵੀ ਸੰਤ ਮਹਾਂਪੁਰਸ਼ ਭਗਤਾਂ ਨੇ, ਫਕੀਰਾਂ ਨੇ, ਹਨਾ, ਪੀਰਾਂ ਫਕੀਰਾਂ ਨੇ, ਇਹਨਾਂ ਨੇ ਭਗਤੀਆਂ ਕੀਤੀਆਂ, ਬੰਦਗੀਆਂ ਕੀਤੀਆਂ। ਉਹ ਇਹਨਾਂ ਦੀ ਬੰਦਗੀ ਵਿੱਚ, ਲਫ਼ਜ਼ਾਂ ਵਿੱਚ ਇਹੋ ਜਿਹੀ ਤਾਕਤ ਹੁੰਦੀ ਆ, ਕਿਸੇ ਨੇ ਵੀ ਕੋਈ ਸ਼ਬਦ ਦੇ ਦੇਵੇ, ਅਗਰ ਉਹ ਇਨਸਾਨ ਉਹ ਸ਼ਬਦ ਦਾ ਅਭਿਆਸ ਕਰੇ ਤਾਂ ਉਸ ਰੱਬ ਤੱਕ, ਉਸ ਅੱਲਾ ਵਾਹਿਗੁਰੂ ਤੱਕ ਪਹੁੰਚ ਸਕਦਾ ਹੈ, ਠੀਕ ਹੈ ਨਾ? ਇਹ ਕਮਾਈ ਉਸ ਫਕੀਰ ਦੀ, ਸਾਧ ਸੰਤ ਦੀ ਹੁੰਦੀ ਆ। ਤੇ ਇਸ ਲਈ ਸਾਨੂੰ ਸੰਤਾਂ ਮਹਾਂਪੁਰਸ਼ਾਂ ਕੋ, ਫਕੀਰਾਂ ਕੋਲੋਂ ਨਾਮ ਦੀ ਯੁਕਤੀ ਲੈ ਕੇ, ਸ਼ਬਦ ਲੈ ਕੇ ਰੋਜ਼ ਉਸ ਦਾ ਅਭਿਆਸ ਕਰਨਾ। ਅਭਿਆਸ ਕਰਕੇ ਇੱਥੇ ਆ ਜਾਓ, ਫਿਰ ਤੁਹਾਨੂੰ ਪਤਾ ਲੱਗੇਗਾ ਤੁਹਾਡਾ ਗੁਰੂ ਮੁਰਸ਼ਦ ਕਿਸ ਹਸਤੀ ਦਾ ਮਾਲਕ ਆ, ਉਹ ਕਿੱਡੀ ਪਾਵਰ ਦਾ ਮਾਲਕ ਆ, ਠੀਕ ਹੈ? ਉਹ ਕੀ ਹਸਤੀ ਆ, ਫਿਰ ਤੁਹਾਨੂੰ ਸੱਚ ਦਾ ਅਨੁਭਵ ਹੋਵੇਗਾ। ਜਿੰਨੇ ਮਰਜ਼ੀ ਬਾਹਰ ਨਿਤਨੇਮ ਕਰੀ ਜਾਓ, ਜਿੰਨੇ ਮਰਜ਼ੀ ਪਾਠ ਕਰੀ ਜਾਓ, ਗਿਣਤੀ ਮਿੰਤੀ ਕਰੀ ਜਾਓ, ਹਨਾ? 5 ਮਾਲਾ ਕਰ ਲੀਆਂ, 10 ਮਾਲਾ ਕਰ ਲੀਆਂ, 5 ਵਾਰ ਪਾਠ ਕਰ ਲਿਆ ਜਾਂ 10 ਵਾਰ ਪਾਠ ਕਰ ਲਿਆ, 40 ਦਿਨ ਨੰਗੇ ਪੈ ਚਲੇ ਗਏ, ਮਹੀਨਾ ਨੰਗੇ ਪੈ ਚਲੀ ਗਏ, ਹਨਾ? ਡੰਡੋਤ ਕਰਕੇ ਚਲੀ ਗਏ। ਇਹ ਚੀਜ਼ਾਂ ਦਾ ਕੋਈ ਮਹੱਤਵ ਨਹੀਂ ਹੈਗਾ। ਪਰਮਾਤਮਾ ਦਾ ਪ੍ਰੇਮ ਦਾ ਭੁੱਖਾ ਆ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਇਹ ਬਾਹਰ ਦੇ ਕਰਮ ਕਾਂਡ ਨਾ ਕਰੋ, ਗੁਰੂ ਤੋਂ ਮੁਰਸ਼ਦ ਤੋਂ ਨਾਮ ਲੈ ਕੇ ਉਹਦਾ ਅਭਿਆਸ ਕਰੋ। ਇੱਥੇ ਜਦੋਂ ਆਉਂਗੇ ਸੱਚ ਦਾ ਪਤਾ ਲੱਗੇਗਾ। ਜਿਹਦਾ, ਉਹ ਦੂਜੀ ਗੱਲ, ਜਿਹਦਾ ਕੋਈ ਰੰਗ ਨਹੀਂ, ਰੂਪ ਨਹੀਂ, ਆਕਾਰ ਨਹੀਂ ਹੈਗਾ, ਉਸ ਅਕਾਲ ਪੁਰਖ ਦੀ ਆਪਾਂ ਗੱਲ ਕਰਦੇ ਹਾਂ। ਗੁਰੂ ਮਹਾਰਾਜ ਕਹਿੰਦੇ ਕਿ ਉਸ ਪਿਤਾ ਪਰਮੇਸ਼ਰ ਦਾ ਅਕਾਲ ਪੁਰਖ, ਕੋਈ ਰੰਗ ਨਹੀਂ, ਕੋਈ ਰੂਪ ਨਹੀਂ, ਕੋਈ ਆਕਾਰ ਨਹੀਂ ਹੈਗਾ। ਜੇ ਉਹਦਾ ਰੰਗ ਨਹੀਂ, ਰੂਪ ਨਹੀਂ, ਆਕਾਰ ਨਹੀਂ, ਅਸੀਂ ਉਸਨੂੰ ਕਿਸ ਦੇਖਾਂਗੇ ਕਿੱਦਾਂ? ਉਹਨੂੰ ਮਿਲਾਂਗੇ ਕਿੱਦਾਂ? ਉਹਨੂੰ ਪਹੁੰਚਾਂਗੇ, ਉਹ ਤੱਕ ਪਹੁੰਚਾਂਗੇ ਕਿੱਦਾਂ? ਠੀਕ ਹੈ? ਜਿਹਨੂੰ ਅਸੀਂ ਦੇਖਿਆ ਨਹੀਂ, ਜਿਹਨੂੰ ਅਸੀਂ ਮਿਲੇ ਨਹੀਂ, ਉਹਦੀ ਬੰਦਗੀ ਕਿੱਦਾਂ ਹੋ ਸਕਦੀ ਹੈ? ਉਹਦੀ ਭਗਤੀ ਕਿੱਦਾਂ ਹੋ ਸਕਦੀ ਹੈ? ਠੀਕ ਹੈ ਨਾ? ਉਹਦੇ ਲਈ ਸਾਨੂੰ ਕੀ ਕਰਨਾ ਪੈਣਾ? ਪੂਰਨ ਮਹਾਂਪੁਰਸ਼, ਪੂਰਨ ਸੰਤ ਫਕੀਰ ਜਿਹੜਾ ਮੌਕੇ ਦਾ ਹੈਗਾ, ਉਹਦੇ ਕੋਲ ਜਾਣਾ ਪੈਣਾ, ਉਹਦੇ ਕੋਲ ਨੀਵੇਂ ਹੋ ਕੇ ਜਾਣਾ ਪੈਣਾ, ਹਨਾ? ਉਹ ਕੋ ਨਾਮ ਦੀ ਯੁਕਤੀ ਲੈ ਕੇ
ਉਹ ਸ਼ਬਦ ਦਾ ਅਭਿਆਸ ਕਰਨਾ ਪੈਣਾ। ਅਬ ਰੋਜ਼ ਅਭਿਆਸ ਕਰਾਂਗੇ, ਉੱਤੇ ਅਮਲ ਕਰਾਂਗੇ, ਇੱਥੇ ਪਹੁੰਚਾਂਗੇ ਤਾਂ ਸੱਚ ਦੀ ਪ੍ਰਾਪਤੀ ਹੋ ਸਕਦੀ ਹੈ। ਠੀਕ ਆ, ਇਸ ਲਈ ਮੈਂ ਆਪਦੇ ਚੈਨਲ 'ਚ ਬੇਨਤੀ ਕਰਦਾ, ਐਵੇਂ ਕਿਤਾਬੀ ਗਿਆਨ ਨਾ ਇਕੱਠਾ ਕਰੋ, ਇੱਕ ਦੂਜੇ ਵੱਲ ਮਗਰ ਲੱਗ ਕੇ ਭੇਡ ਚਾਲ ਦੀਆਂ ਗੱਲਾਂ ਨਾ ਕਰੋ, ਹਨਾ। ਸੱਚ ਦਾ ਇਹ ਪ੍ਰੈਕਟੀਕਲ ਕਰੋਗੇ, ਤੁਹਾਨੂੰ ਅਨੁਭਵ ਹੋਵੇਗਾ, ਸੱਚ ਦਾ ਪਤਾ ਲੱਗੇਗਾ। ਬਾਹਰਲਾ ਜੋ ਵੀ ਆ ਸੁਣੀ ਸੁਣਾਈਆਂ ਗੱਲਾਂ ਨੇ, ਕਿਤਾਬੀ ਗਿਆਨ ਨੇ, ਇਹ ਲੜਾਈ ਝਗੜੇ ਪੈਦਾ ਕਰਦਾ ਹੈ, ਹਨਾ। ਮਨ ਵਿੱਚ ਕ੍ਰੋਧ, ਬੈਰ ਵਿਰੋਧ ਭਰਦਾ ਆ, ਹਨਾ। ਪਰ ਜਦੋਂ ਤੁਸੀਂ ਸੱਚ ਆਪ ਪ੍ਰੈਕਟੀਕਲ ਕਰੋਗੇ, ਹਨਾ, ਅਨੁਭਵ ਕਰੋਗੇ, ਤੁਹਾਨੂੰ ਸੱਚ ਦਾ ਗਿਆਨ ਦੀ ਪ੍ਰਾਪਤੀ ਹੋਗੀ, ਤੁਹਾਡੇ ਮਨਾਂ ਦੇ ਸਾਰੇ ਸਵਾਲ ਖਤਮ ਹੋ ਜਾਣਗੇ। ਠੀਕ ਹੈ, ਤਰਕ ਕਰਨ ਨਾਲੋਂ, ਬੈਸਣ ਨਾਲੋਂ, ਹਨਾ, ਕਿਸੇ ਨਾਲ ਲੜਾਈ ਝਗੜਾ ਕਰਨ ਨਾਲੋਂ ਤੁਸੀਂ ਆਪ ਇਕਾਗਰ ਹੋ ਕੇ ਆਪਣੇ ਘਰ ਦੇ ਵਿੱਚ ਹੀ, ਹਨਾ, ਘਰ ਦੇ ਵਿੱਚ ਹੀ ਇਕਾਗਰ ਹੋ ਕੇ ਬੈਠ ਜਾਓ, ਚੌਂਕੜੀ ਮਾਰ ਕੇ ਇੱਥੇ ਧਿਆਨ ਲਗਾਓ, ਸ਼ੀਟ ਢਿੱਲਾ ਛੱਡ ਦਿਓ, ਰੋਜ਼ ਦੇਖਣ ਦੀ ਕੋਸ਼ਿਸ਼ ਕਰੋ, ਰੋਜ਼ ਧਿਆਨ ਲਗਾਉਣ ਦੀ ਕੋਸ਼ਿਸ਼ ਕਰੋ, ਤਾਂ ਤੁਹਾਨੂੰ ਉਹਦਾ ਅਨੁਭਵ ਹੋਵੇਗਾ। ਠੀਕ ਹੈ, ਕੁਛ ਨਾ ਕੁਛ ਮਹਿਸੂਸ ਹੋਵੇਗਾ। ਫਿਰ ਜੇ ਤੁਹਾਡੀ ਕੋਈ ਗੱਲ ਨਹੀਂ ਬਣਦੀ ਪਈ, ਤੁਹਾਡੀ ਕੋਈ ਰੁਕਾਵਟ ਪੈ ਰਹੀ ਆ, ਤਾਂ ਆਪਣੇ ਗੁਰੂ ਨਾਲ, ਮੁਰਸ਼ਿਦ ਨਾਲ ਗੱਲ ਕਰੋ। ਫਿਰ ਤੁਹਾਨੂੰ ਉਹ ਦੱਸੇਗਾ ਕਿ ਬੇਟੇ ਇਦਾਂ ਨਹੀਂ, ਇਦਾਂ ਭਗਤੀ ਕਰ, ਜਾਂ ਇਦਾਂ ਨਹੀਂ, ਇਦਾਂ ਇਹਦਾ ਧਿਆਨ ਕਰ। ਠੀਕ ਹੈ ਨਾ, ਉਹ ਆਪੇ ਤੁਹਾਨੂੰ ਦੱਸੇਗਾ। ਜੋ ਤੁਸੀਂ ਇੱਥੇ ਪਹੁੰਚ ਗਏ, ਫਿਰ ਆਪਣੇ ਗੁਰੂ ਨਾਲ ਗੱਲ ਕਰੋ, ਫਿਰ ਗੁਰੂ ਤੁਹਾਡੇ ਕੋਲ ਨਿਸ਼ਾਨੀ ਪੁੱਛੇਗਾ ਕਿ ਇੱਥੇ ਤੈਨੂੰ ਕੀ ਦਿਖਿਆ, ਕਿੱਦਾਂ। ਫਿਰ ਨਿਸ਼ਾਨੀ ਅਸੀਂ ਦੱਸਾਂਗੇ, ਫਿਰ ਗੁਰੂ ਸਾਨੂੰ ਅੱਗੇ ਲੈ ਕੇ ਜਾਵੇਗਾ। ਠੀਕ ਹੈ ਨਾ, ਕਿਉਂਕਿ ਅਸੀਂ ਯੂਟਿਊਬਾਂ ਦੇਖਦੇ ਹਾਂ, ਬਾਹਰਲੇ ਕਿਤਾਬੀ ਗਿਆਨ ਪੜ੍ਹੀ ਜਾਂਦੇ ਆ, ਫਿਰ ਅਸੀਂ ਤਰਕ ਕਰਦੇ ਲੋਕਾਂ ਨਾਲ, ਬਹਿਸਦੇ ਆ, ਹਨਾ। ਇਦਾਂ ਆ, ਉੱਥੇ ਇਦਾਂ ਆ, ਉੱਥੇ ਇਦਾਂ ਗਏ ਹੈ ਨਹੀਂ ਆਪਾਂ, ਹਨਾ, ਪਰ ਐਵੇਂ ਗੱਲਾਂ ਕਰੀ ਜਾਂਦੇ, ਗੱਲਾਂ ਨਾਲ ਪਕੌੜੇ ਬਣਾਈ ਜਾਂਦੇ ਆ। ਆਪ ਅਨੁਭਵ ਕਰੋ ਆਪਣਾ ਆਪ ਨਾ, ਫਿਰ ਤੁਹਾਨੂੰ ਸੱਚ ਦਾ ਪਤਾ ਲੱਗੇਗਾ। ਜਦ ਤੱਕ ਤੁਸੀਂ ਦਿੱਲੀ ਨਹੀਂ ਗਏ, ਦਿੱਲੀ ਬਾਰੇ ਪਤਾ ਕਿੱਦਾਂ ਲੱਗੇਗਾ? ਨਕਸ਼ਾ ਜਿੰਨਾ ਮਰਜ਼ੀ ਦੇਖੀ ਜਾਓ, ਨਕਸ਼ੇ ਜਿੰਨੇ ਮਰਜ਼ੀ ਪੜ੍ਹੀ ਜਾਓ ਕਿ ਦਿੱਲੀ ਇੱਥੇ ਆ, ਕੁਤਬ ਮੀਨਾਰ ਇੱਥੇ ਆ, ਚਾਂਦਨੀ ਚੌਂਕ ਇੱਥੇ ਆ, ਹਨਾ, ਮਾਇਆਪੁਰੀ ਇੱਥੇ ਆ। ਨਕਸ਼ੇ ਦੇਖ ਕੇ ਜੋ ਮਰਜ਼ੀ ਕਿਸੇ ਨਾਲ ਲੜੀ ਜਾਓ, ਪਰ ਜਦ ਤੱਕ ਤੁਸੀਂ ਪਹੁੰਚੋਗੇ ਨਹੀਂ, ਆਪ ਨਹੀਂ ਉਸ ਦਾ ਗੇੜਾ ਕੱਢੋਗੇ, ਉੱਥੇ ਪਹੁੰਚੋਗੇ ਨਹੀਂ, ਤੁਹਾਨੂੰ ਕਿੱਦਾਂ ਸੱਚ ਦਾ ਪਤਾ ਲੱਗੇਗਾ ਕਿ ਵਾਕਈ ਉੱਥੇ ਦਿੱਲੀ ਆ, ਦਿੱਲੀ ਦੇ ਵਿੱਚ ਲਾਲ ਕਿਲ੍ਹਾ, ਚਾਂਦਨੀ ਚੌਂਕ ਆ, ਜਦ ਤੱਕ ਤੁਸੀਂ ਪਹੁੰਚੋਗੇ ਨਹੀਂ। ਠੀਕ ਹੈ ਨਾ, ਅਸੀਂ ਲੋਕ ਇਸੇ ਤਰ੍ਹਾਂ ਸੰਸਾਰ ਦੇ ਵਿੱਚ ਅਸੀਂ ਸਿਰਫ ਕਿਤਾਬੀ ਕੀੜੇ ਬਣੇ ਹੋਏ ਆ, ਕਿਤਾਬਾਂ ਦਾ ਗਿਆਨ ਇਕੱਠਾ ਕਰੀ ਜਾ ਰਹੇ ਆ, ਉਹ ਲੋਕਾਂ ਨਾਲ ਬਹਿਸ ਦਾ ਵਿਸ਼ਾ ਬਣਿਆ ਹੋਇਆ, ਹਨਾ। ਬਾਹਰਲੇ ਕੰਠ ਕਰ ਲਏ, ਵੱਡੇ ਵੱਡੇ ਗ੍ਰੰਥ ਕੰਠ ਕਰ ਲਏ, ਕੰਠ ਕਰਨ ਦੇ ਨਾਲ ਪਰ ਅਮਲ ਨਹੀਂ ਕੀਤਾ, ਉਹਨਾਂ ਤੇ ਵਿਚਾਰ ਨਹੀਂ ਕੀਤਾ, ਉਹਦਾ ਜੀਵਨ ਨਹੀਂ ਬਣਾਇਆ, ਤਾਂ ਹੀ ਸੰਸਾਰ ਵਿੱਚ ਅੱਜ ਲੜਾਈ ਝਗੜੇ ਨੇ, ਧਰਮਾਂ ਦੀ ਲੜਾਈ ਤਾਂ ਹੀ ਹੋ ਰਹੀ ਹੈ। ਠੀਕ ਹੈ ਨਾ, ਜਿਹਨੇ ਸੱਚ ਦਾ ਗਿਆਨ ਜਿਹਨੂੰ ਮਿਲ ਗਿਆ, ਹਨਾ, ਸੱਚ ਦਾ ਅਨੁਭਵ ਕਰ ਲਿਆ, ਉਹ ਇਹਨਾਂ ਚੀਜ਼ਾਂ ਤੋਂ ਬਾਹਰ ਰਹਿੰਦਾ। ਰਾਜਨੀਤਿਕ ਲੋੜ ਧਰਮ ਦੇ ਨਾਂ ਤੇ ਲੜਦੇ ਨੇ, ਧਾਰਮਿਕ ਜਿਹੜੇ ਇਨਸਾਨ ਨੇ, ਧਾਰਮਿਕ ਲੋਕ ਨੇ, ਉਹ ਕਦੇ ਨਹੀਂ ਲੜਦੇ। ਠੀਕ ਹੈ ਨਾ, ਰਾਜਨੀਤਿਕ ਲੋੜ ਹਮੇਸ਼ਾ ਧਰਮ ਦੀ ਲੜਾਈ ਕਰਦੇ ਨੇ। ਜਿਹੜੇ ਧਾਰਮਿਕ ਲੋਕ ਨੇ, ਉਹਨਾਂ ਦੀ ਕੀ ਮੰਦਿਰ, ਕੀ ਮਸਜਿਦ, ਹਨਾ, ਸਾਰੇ ਇੱਕ ਬਰਾਬਰ ਨੇ, ਉਹਨਾਂ ਦੀ ਉਹ ਸਾਰੇ ਸਤਿਕਾਰ ਕਰਦੇ ਆ। ਤੇ ਇਸ ਕਰਕੇ ਮੈਂ ਤਾਂ ਇਹੀ ਆਪ ਦੀ ਉਮੀਦ ਕਰਦਾ ਕਿ ਤੁਸੀਂ ਰੋਜ਼ ਬੰਦਗੀ ਕਰੋਗੇ, ਰੋਜ਼ ਭਗਤੀ ਕਰੋਗੇ, ਸੱਚ ਦਾ ਅਨੁਭਵ ਕਰੋ, ਹਨਾ। ਆਪੇ ਮਰੇ ਸਵਰਗ ਮਿਲਦਾ ਪਿਆ, ਹਨਾ। ਆਪਣਾ ਅਨੁਭਵ ਆਪ ਹੀ ਕਰੋ, ਆਪ ਬੈਠੋ। ਤੁਸੀਂ ਪਾਣੀ ਪੀਓਗੇ, ਤੁਹਾਡੀ ਪਿਆਸ ਮਿਟਣੀ ਆ, ਤੁਸੀਂ ਰੋਟੀ ਖਾਓਗੇ, ਤੁਹਾਡੀ ਭੁੱਖ ਮਿਟਣੀ ਆ, ਹਨਾ। ਔਰ ਦੂਜੇ ਦੀ ਨਾ ਪਿਆਸ ਮਿਟਣ ਵਾਲੀ ਆ, ਨਾ ਦੂਜੇ ਦੀ ਭੁੱਖ ਮਿਟਣ ਵਾਲੀ ਆ। ਤੁਸੀਂ ਆਪ ਪਾਣੀ ਪੀਓਗੇ, ਤੁਹਾਡੀ ਪਿਆਸ ਮਿਟੇਗੀ, ਤੁਹਾਡੀ ਰੋਟੀ ਖਾਓਗੇ, ਆਪ ਦੀ ਭੁੱਖ ਮਿਟੇਗੀ। ਇਸੇ ਤਰ੍ਹਾਂ ਤੁਸੀਂ ਸੱਚ ਦਾ ਆਪ ਅਨੁਭਵ ਕਰੋਗੇ, ਤੁਹਾਨੂੰ ਸੱਚੇ ਗਿਆਨ ਦੀ ਪ੍ਰਾਪਤੀ ਹੋਗੀ, ਉਸ ਪਰਮਾਤਮਾ ਦੀ ਪ੍ਰਾਪਤੀ ਹੋਗੀ। ਠੀਕ ਹੈ ਨਾ, ਮੇਰੀ ਇਹੀ ਮੈਨੂੰ ਉਮੀਦ ਕਰਦਾ ਤੁਸੀਂ ਰੋਜ਼ ਬੰਦਗੀ ਕਰੋਗੇ, ਰੋਜ਼ ਭਗਤੀ ਕਰੋਗੇ, ਹਨਾ। ਜੇ ਤੁਹਾਨੂੰ ਨਹੀਂ ਕੁਛ ਇਸ ਸਫ਼ਰ ਬਾਰੇ ਪਤਾ ਲੱਗਦਾ ਪਿਆ, ਤਾਂ ਆਪਣੇ ਗੁਰੂ ਨਾਲ, ਮੁਰਸ਼ਿਦ ਨਾਲ ਗੱਲ ਕਰਿਆ ਕਰੋ। ਗੁਰੂ ਤੋਂ ਡਰਨ ਦੀ ਲੋੜ ਨਹੀਂ ਹੈਗੀ, ਡਰਨਾ ਸਿਰਫ ਆਪਣੇ ਕਰਮਾਂ ਤੋਂ ਹੈਗਾ, ਡਰਨਾ ਜਿਹੜੇ ਤੁਸੀਂ ਮਾੜੇ ਕਰਮ ਕਰਦੇ ਹੋ, ਲੋਕਾਂ ਨਾਲ ਲੜਾਈ ਝਗੜੇ ਕਰਦੇ ਹੋ, ਲੋਕਾਂ ਦੀ ਜੇਬਾਂ ਕੱਢਦੇ ਹੋ, ਬੇਈਮਾਨੀ ਕਰਦੇ ਹੋ, ਠੱਗੀ ਠੋਰੇ ਕਰਦੇ ਹੋ, ਇਹਨਾਂ ਤੋਂ ਡਰਨ ਦੀ ਲੋੜ ਆ। ਠੀਕ ਆ, ਕਰਮ ਮਾੜੇ ਕਰਮ ਕਰਨਾ ਤੋਂ ਡਰਨ ਦੀ ਲੋੜ ਆ, ਗੁਰੂ ਤੋਂ ਡਰਨ ਦੀ ਲੋੜ ਨਹੀਂ ਹੈਗੀ, ਰੱਬ ਤੋਂ ਡਰਨ ਦੀ ਲੋੜ ਨਹੀਂ ਹੈਗੀ। ਉਹ ਤਾਂ ਇੱਕ ਪ੍ਰੇਮ ਦਾ ਸਾਗਰ ਹੈ, ਦਇਆ ਦਾ ਸਾਗਰ ਆ। ਉਹ ਤਾਂ ਤੁਸੀਂ 1000 ਗਲਤੀਆਂ ਕਰੋਗੇ ਤਾਂ ਵੀ ਗੁਰੂ ਮੁਰਸ਼ਿਦ ਤੁਹਾਨੂੰ ਗੱਲ ਨਾਲ ਲਗਾਵੇਗਾ। ਠੀਕ ਹੈ ਨਾ, ਪਰ ਗੁਰੂ ਦਾ ਕਹਿਣਾ ਮੰਨ ਕੇ ਰੋਜ਼ ਅਭਿਆਸ ਕਰੋ, ਰੋਜ਼ ਬੰਦਗੀ ਕਰੋ। ਠੀਕ ਹੈ ਨਾ, ਐਵੇਂ ਗੱਲਾਂ ਦੇ ਵਿੱਚ ਨਹੀਂ, ਬਾਹਰਲੀ ਗੱਲਾਂ ਨਹੀਂ ਕਰਨੀਆਂ, ਕਿਤਾਬੀ ਗਿਆਨ ਨਹੀਂ ਇਕੱਠਾ ਕਰਨਾ। ਜੇ ਤੁਸੀਂ ਧਰਮ ਗ੍ਰੰਥਾਂ ਦੀ ਸਟੱਡੀ ਕਰਦੇ ਹੋ, ਪੜ੍ਹਦੇ ਹੋ, ਠੀਕ ਆ, ਉਹ ਤੇ ਕੰਠ ਕਰਦੇ ਹੋ, ਅੱਛੀ ਗੱਲ ਆ, ਪੜ੍ਹਨਾ ਚਾਹੀਦਾ। ਬਾਅਦ ਦੇ ਆਪਣੇ ਧਰਮਾਂ ਦੇ ਜੋ ਗ੍ਰੰਥ ਨੇ ਪੜ੍ਹਨੇ ਚਾਹੀਦੇ ਆ, ਪੜ੍ਹ ਕੇ ਕੰਠ ਕਰ ਲਿਆ, ਇਹ ਵੀ ਬਹੁਤ ਵਧੀਆ ਗੱਲ ਆ। ਪਰ ਉਹਦੇ ਨਾਲ ਨਾਲ ਆਪਣਾ ਜੀਵਨ ਉੱਦਾਂ ਦਾ ਬਣਾਉਣਾ, ਉੱਤੇ ਅਮਲ ਕਰਕੇ, ਠੀਕ ਆ, ਅਮਲ ਕਰਨਾ ਤੇ ਆਪਣਾ ਉੱਦਾਂ ਦਾ ਜੀਵਨ ਬਣਾਉਣਾ ਤੇ ਸੱਚ ਦੀ ਇੱਥੇ ਪਹਿਚਾਣ ਕਰਨੀ। ਕਿਉਂਕਿ ਪਰਮਾਤਮਾ ਵੀ ਅੰਦਰ ਹੀ ਸਾਡੇ ਆ, ਇਹ ਸਰੀਰ ਵੀ ਹਰੀ ਦਾ ਮੰਦਿਰ ਆ, ਪਰਮਾਤਮਾ ਵੀ ਅੰਦਰ ਬੈਠਾ, ਉਹਨੂੰ ਮਿਲਣ ਦਾ ਰਾਸਤਾ ਵੀ ਅੰਦਰ ਆ। ਜਦੋਂ ਵੀ ਮਿਲਿਆ ਅੰਦਰ ਹੀ ਮਿਲਿਆ, ਬਾਹਰ ਕਿਸੇ ਨੂੰ ਨਹੀਂ ਮਿਲਿਆ। ਬਾਹਰ ਜੋ ਵੀ ਧਾਰਮਿਕ ਸਥਾਨ ਨੇ, ਧਾਰਮਿਕ ਡੇਰੇ ਨੇ, ਇਹ ਸਿਰਫ ਪਰਮਾਤਮਾ ਨਾਲ ਜੁੜਨ ਵਾਸਤੇ ਨੇ,
ਬੰਦਗੀ ਨਾਲ ਜੁੜਨ ਵਾਸਤੇ ਨੇ, ਰੱਬ ਦੀ ਗੱਲ ਦੱਸਣ ਵਾਸਤੇ ਨੇ, ਪਰ ਇਹ ਮੰਜ਼ਿਲ ਨਹੀਂ ਹੈਗੀ। ਮੰਜ਼ਿਲ ਤੁਹਾਡੇ ਅੰਦਰ ਆ, ਠੀਕ ਹੈ ਨਾ। ਇਹਨਾਂ ਅੱਖਾਂ ਨਾਲ ਅਸੀਂ ਜੋ ਕੁਝ ਦੇਖਦੇ ਹਾਂ ਸਾਰੇ ਨਾਸ਼ ਹੋਣ ਵਾਲਾ ਹੈ, ਖਤਮ ਹੋਣ ਵਾਲਾ ਹੈ। ਇਹ ਸਰੀਰ ਵੀ ਖਤਮ ਹੋਣ ਵਾਲਾ, ਠੀਕ ਹੈ ਨਾ। ਪਰ ਉਸ ਨੂੰ ਦੇਖਣ ਲਈ ਸਾਨੂੰ ਸੂਖਸ਼ਮ ਅੱਖ ਚੀਜ਼ ਦੇਖੋ, ਸੂਖਸ਼ਮ ਅੱਖ ਜ਼ਰੂਰੀ ਹੈ। ਇਹਨਾਂ ਅੱਖਾਂ ਬੰਦ ਕਰਾਂਗੇ, ਅੰਦਰ ਦੀ ਅੱਖਾਂ ਖੁੱਲਣਗੀਆਂ ਤਾਂ ਇਹ 9 ਦਰਵਾਜ਼ੇ ਬੰਦ ਹੋਣਗੇ ਤਾਂ ਹੀ 10ਵਾਂ ਦਰਵਾਜ਼ਾ ਖੁੱਲਣਾ। ਇਹ ਕੰਨ ਬੰਦ ਹੋਣਗੇ ਤਾਂ ਹੀ ਅੰਦਰ ਦੀ ਸਾਨੂੰ ਆਵਾਜ਼ਾਂ ਧੁਨਕਾਰ ਜਿਹੜੀ ਕਹਿੰਦੇ ਆ ਹਨਾ, ਅਨੰਤ ਆਵਾਜ਼ੇ ਕਹਿੰਦੇ, ਸ਼ਬਦ ਕਹਿ ਰਹੇ, ਉਹ ਤਾਂ ਹੀ ਸੁਣਨਗੇ। ਇਹ ਅੱਖਾਂ ਬੰਦ ਕਰਾਂਗੇ ਤਾਂ ਹੀ ਸਾਡਾ ਦੂਜੇ ਨੇਤਰ ਖੁੱਲੋਗੇ, ਠੀਕ ਹੈ ਨਾ। ਇਹ ਮੂੰਹ ਬੰਦ ਕਰਾਂਗੇ, ਜ਼ੁਬਾਨ ਬੰਦ ਕਰਾਂਗੇ, ਸਾਨੂੰ ਅੰਦਰ ਦੀ ਆਵਾਜ਼ ਸੁਣੇਗੀ ਹੈ ਨਾ। ਅੰਦਰ ਕੌਣ ਬੋਲਦਾ ਪਿਆ ਹਨਾ, ਉਹ ਸਾਨੂੰ ਸੁਣੇਗਾ, ਠੀਕ ਹੈ ਨਾ। ਇਹ ਚੀਜ਼ਾਂ ਬਾਹਰ ਦੇ ਆਪਣੇ 9 ਦਰਵਾਜ਼ੇ ਬੰਦ ਕਰ ਲਓ, ਫਿਰ ਤੁਹਾਡਾ 10ਵਾਂ ਦਰਵਾਜ਼ਾ ਖੁੱਲ ਜਾਵੇਗਾ। 10ਵਾਂ ਦਰਵਾਜ਼ਾ ਖੋਲ੍ਹਣ ਲਈ ਤੁਹਾਨੂੰ ਰੋਜ਼ ਦਾ ਅਭਿਆਸ ਹੋਣਾ ਚਾਹੀਦਾ। ਘੱਟੋ ਘੱਟ 2.5-3 ਘੰਟੇ ਰੋਜ਼ ਦੀ ਤੁਹਾਡੀ ਸੀਟਿੰਗ ਹੋਣੀ ਚਾਹੀਦੀ, ਕੋਈ ਛੁੱਟੀ ਨਹੀਂ ਹੋਣੀ ਚਾਹੀਦੀ। ਇਹ ਨਹੀਂ ਕਿ 2.5-3 ਘੰਟੇ ਭਜਨ ਕਰਨਾ, ਵੱਧ ਤੋਂ ਵੱਧ ਸਮਾਂ ਕਰੋਗੇ, ਵੱਧ ਤੋਂ ਵੱਧ ਸਮਾਂ ਭਗਤੀ ਹੋਰ ਸਮਾਂ ਕਰੋਗੇ, ਤੁਹਾਨੂੰ ਹੀ ਫਾਇਦਾ ਹੈ। ਜਦੋਂ ਵੀ ਦਿਨ ਵਿੱਚ ਸਮਾਂ ਮਿਲਦਾ, ਰਾਤ ਨੂੰ ਸਮਾਂ ਮਿਲਦਾ, ਉਹਦੀ ਯਾਦ ਵਿੱਚ ਬੈਠ ਜਾਇਆ ਕਰੋ, ਲੋਕਾਂ ਦੀ ਨਿੰਦਿਆ ਚੁਗਲੀ ਨਾ ਕਰਿਆ ਕਰੋ, ਫਿਰ ਤੁਹਾਡੀ ਇੱਕ ਨਾ ਇੱਕ ਦਿਨ ਗੱਲ ਜ਼ਰੂਰ ਬਣ ਜਾਏਗੀ। ਔਰ ਦਾਸ ਨੂੰ ਕੁਝ ਬੋਲਣ ਵਿੱਚ ਗਲਤੀ ਹੋ ਗਈ ਤੇ ਦਾਸ ਨੂੰ ਆਪਣਾ ਛੋਟਾ ਵੀਰ ਭਰਾ ਸਮਝ ਕੇ ਮਾਫ ਕਰ ਦੇਣਾ। ਮੈਂ ਕੋਈ ਗੂੜੀ ਗਿਆਨੀ ਨਹੀਂ ਹੈਗਾ, ਅਨੁਭਵ ਆ ਔਰ ਸਫਲ ਦੇ ਚੱਲੇ ਆ, ਬੜੀ ਠੋਕਰਾਂ ਖਾਧੀਆਂ, ਬੜੇ ਇਮਤਿਹਾਨ ਲਿੱਤੇ ਨੇ ਪਰਮਾਤਮਾ ਨੇ ਵੀ, ਔਰ ਅੱਗੇ ਵੀ ਇਮਤਿਹਾਨ ਚੱਲੀ ਜਾਣੇ, ਖਤਮ ਹੋਣ ਵਾਲੇ ਨਹੀਂ ਹੈਗੇ। ਔਰ ਬੜੇ ਦੁੱਖ ਕੱਟੇ ਨੇ, ਗਰੀਬੀ ਕੱਟੀ ਆ ਹਨਾ, ਕੰਡਿਆਂ ਤੇ ਤੁਰੇ ਨੇ, ਔਰ ਕਾਫੀ ਪ੍ਰਭੂ ਨੇ ਇਮਤਿਹਾਨ ਲਿੱਤੇ ਆ। ਅੱਜ ਪ੍ਰਭੂ ਨੇ ਬਾਦਸ਼ਾਹ ਬਣਾਤਾ ਆ ਹਨਾ, ਇੰਨਾ ਆਨੰਦ ਮਿਲਿਆ, ਇੰਨਾ ਸੌਖਾ ਹੈ ਨਾ, ਸਭ ਦੀ ਕਿਰਪਾ ਹੈ, ਗੁਰੂ ਮੁਰਸ਼ਿਦ ਦੀ ਕਿਰਪਾ ਆ। ਔਰ ਮੈਂ ਵੀ ਇਹੀ ਕਹਿਣਾ ਕਿ ਮੈਨੂੰ ਬਾਦਸ਼ਾਹ ਬਣਾਇਆ ਪਰਮਾਤਮਾ, ਤੁਹਾਨੂੰ ਵੀ ਬਾਦਸ਼ਾਹ ਬਣਾਵੇ, ਪਰ ਉਹਦੇ ਲਈ ਤੁਹਾਨੂੰ ਬੰਦਗੀ ਕਰਨੀ ਪੈਣੀ, ਭਗਤੀ ਕਰਨੀ ਪੈਣੀ। ਬਿਨਾ ਨਾਮ ਤੋਂ ਛੁਟਕਾਰਾ ਨਹੀਂ ਹੈਗਾ, ਬਿਨਾ ਭਗਤੀ ਤੋਂ ਛੁਟਕਾਰਾ ਨਹੀਂ ਮਿਲਣ ਵਾਲਾ। ਭਗਤੀ ਕਰਨੀ ਹੀ ਪੈਣੀ ਹੈ। ਅੱਜ ਕਰ ਲੋ ਚਾਹੇ ਕੱਲ ਕਰ ਲੋ, ਠੀਕ ਹੈ ਨਾ। ਕੱਲ ਕਰੇ ਸੋ ਆਜ ਕਰ, ਆਜ ਕਰੇ ਸੋ ਅਬ, ਠੀਕ ਹੈ ਨਾ। ਅੱਜ ਦਾ ਕੰਮ ਅੱਜ ਹੀ ਖਤਮ ਕਰ ਲੋ, ਭਗਤੀ ਕਰਕੇ ਹੀ ਛੁਟਕਾਰਾ, ਠੀਕ ਹੈ। ਇਹ ਜੀਵਨ ਦੁਆਰਾ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਭਗਤੀ ਕਰਨੀ ਪੈਣੀ ਹੈ, ਠੀਕ ਹੈ। ਆਉਣ ਜਾਣ ਦਾ ਚੱਕਰ ਖਤਮ ਕਰਨਾ ਆਪਣਾ, ਭਗਤੀ ਕਰਨੀ ਪੈਣੀ ਹੈ। ਪਰਮਾਤਮਾ ਨੂੰ ਪਾਣਾ ਚਾਹੁੰਦੇ ਹੋ ਤਾਂ ਭਗਤੀ ਕਰਨੀ ਪੈਣੀ ਹੈ ਹਨਾ। ਸੱਚੇ ਆਨੰਦ ਦੀ ਪ੍ਰਾਪਤੀ ਕਰਨੀ ਹੈ, ਉਹਦੇ ਲਈ ਭਗਤੀ ਕਰਨੀ ਪੈਣੀ ਹੈ। ਸਦਾ ਸਦਾ ਸੁੱਖ ਲੈਣਾ ਚਾਹੁੰਦੇ ਹੋ ਤਾਂ ਉਹਦੇ ਲਈ ਭਗਤੀ ਕਰਨੀ ਪੈਣੀ ਹੈ। ਬਿਨਾਂ ਭਗਤੀ ਤੋਂ ਛੁਟਕਾਰਾ ਨਹੀਂ ਹੈ, ਬੰਦਗੀ ਕਰਨੀ ਪੈਣੀ। ਇਹ ਤੁਹਾਡੇ ਹੱਥ ਵਿੱਚ ਆ, ਠੀਕ ਹੈ ਨਾ। ਜੇ ਆਪਾਂ ਬਾਹਰ ਕਿਸੇ ਨੌਕਰੀ ਕਰਦੇ ਆ, ਕਿਸੇ ਫੈਕਟਰੀ ਵਿੱਚ ਨੌਕਰੀ ਕਰਦੇ ਆ, ਇਹ ਨਹੀਂ ਅਸੀਂ 10 ਮਿੰਟ ਕੰਮ ਕਰਾਂਗੇ ਸਾਨੂੰ ਪੂਰੀ ਦਿਹਾੜੀ ਦੇ ਦੇਗਾ, ਨਹੀਂ ਦੇਗਾ ਨਾ। ਤੁਸੀਂ ਆਪਣੇ ਮਾਲਕ ਨੂੰ ਕਹਿ ਸਕਦੇ ਹੋ ਕਿ ਮਾਲਕ ਜੀ, ਬਾਊ ਜੀ ਮੈਂ ਤਾਂ ਸਿਰਫ 10 ਮਿੰਟ ਕੰਮ ਕਰਨਾ, ਪੂਰਾ ਦਿਨ ਮੈਂ ਨਹੀਂ ਕੰਮ ਕਰ ਸਕਦਾ। ਕੀ ਤੁਹਾਨੂੰ ਮਹੀਨੇ ਦੀ ਸੈਲਰੀ ਦੇ ਸਕਦਾ? ਨਹੀਂ ਦੇਵੇਗਾ। ਕੀ ਤੁਹਾਨੂੰ ਪੂਰੇ ਦਿਨ ਦੀ ਦਿਹਾੜੀ ਦੇਵੇਗਾ? ਨਹੀਂ ਦੇ ਸਕਦਾ। ਇਸੇ ਤਰ੍ਹਾਂ ਅਸੀਂ 10 ਮਿੰਟ ਬਹਿ ਕੇ, ਕਦੇ 5 ਮਿੰਟ ਬਹਿ ਕੇ, 15 ਮਿੰਟ ਬਹਿ ਕੇ, ਕੀ ਸਾਨੂੰ ਇਦਾਂ ਰੱਬ ਮਿਲੇਗਾ? ਕਦੇ ਨਹੀਂ ਮਿਲ ਸਕਦਾ, ਠੀਕ ਹੈ। ਐਵੇਂ ਮਨ ਘੜਤ ਕਹਾਣੀਆਂ ਨਾ ਬਣਾਓ ਹਨਾ, ਇਹ ਨਾ ਕਰਨ ਦੇ ਬਹਾਨੇ ਆ, ਠੀਕ ਹੈ ਨਾ। ਤੇ ਇਸ ਕਰਕੇ ਮੈਂ ਇਹ ਕਹੂੰਗਾ ਕਿ ਬੰਦਗੀ ਕਰਨੀ ਹੀ ਪੈਣੀ ਹੈ, ਆਪ ਹੀ ਮਿਲਣਾ ਪੈਣਾ, ਆਪ ਹੀ ਸਵਰਗ ਤਾਂ ਹੀ ਮਿਲਣਾ, ਠੀਕ ਆ। ਤੇ ਇਸ ਤਰ੍ਹਾਂ ਦਾਸ ਦੀ ਬੇਨਤੀ ਪ੍ਰਵਾਨ ਕਰਨੀ ਆ। ਵਿਚਾਰ ਅੱਛੇ ਲੱਗੇ ਹੋਣ ਤਾਂ ਆਪਣੇ ਜੀਵਨ ਵਿੱਚ ਢਾਲਣ ਦੀ ਕੋਸ਼ਿਸ਼ ਕਰਨੀ ਆ। ਔਰ ਕੋਈ ਗਲਤ ਬੋਲਿਆ ਹੋਵੇ ਤਾਂ ਮੈਨੂੰ ਆਪਣੇ ਚਰਨਾਂ ਦੀ ਧੂੜ ਸਮਝ ਕੇ, ਛੋਟਾ ਭਰਾ ਸਮਝ ਕੇ, ਵੀਰ ਸਮਝ ਕੇ, ਬੇਟਾ ਸਮਝ ਕੇ ਮੈਨੂੰ ਮਾਫ ਕਰ ਦੇਣਾ। ਉਹ ਜੇ ਅੱਛੇ ਵਿਚਾਰ ਲਗਾ ਆਪਣੇ ਜੀਵਨ ਵਿੱਚ ਢਾਲਣ ਦੀ ਕੋਸ਼ਿਸ਼ ਕਰਨੀ ਆ। ਔਰ ਅਗਰ ਤੁਹਾਨੂੰ ਮੇਰੇ ਸਾਥ ਦੀ ਕਿਤੇ ਲੋੜ ਹੈਗੀ ਆ ਹੈਨਾ, ਮੇਰੇ ਸਾਥ ਦੀ ਕਿਤੇ ਲੋੜ ਹੈਗੀ ਆ ਤਾਂ ਮੈਂ ਹਮੇਸ਼ਾ ਆਪਦੀ ਸੇਵਾ ਵਿੱਚ ਹਾਜ਼ਰ ਹਾਂ, ਠੀਕ ਹੈ ਨਾ। ਔਰ ਮੇਰਾ ਉਦੇਸ਼ ਕੀ ਹੈ ਕਿ ਆਪ ਬੰਦਗੀ ਕਰੀਏ, ਕਰਾਈਏ, ਆਪ ਵੀ ਸਿਮਰਨ ਕਰਦੇ ਰਹੀਏ ਔਰ ਕਰਵਾਉਂਦੇ ਰਹੀਏ। ਔਰ ਕਿਸੇ ਨੇ ਵੀ ਆਪਣੇ ਘਰ ਦੇ ਵਿੱਚ ਸਿਮਰਨ ਕਰਾਉਣਾ ਹੋਵੇ, ਨਾਮ ਸਿਮਰਨ ਦਾ ਅਭਿਆਸ ਕਰਾਉਣਾ ਹੋਵੇ ਤਾਂ ਦਾਸ ਨੂੰ ਮਿਲ ਸਕਦਾ, ਕਨੈਕਟ ਕਰ ਸਕਦਾ, ਠੀਕ ਹੈ ਨਾ। ਫੋਨ ਤੇ ਗੱਲ ਕਰ ਸਕਦਾ, ਆ ਕੇ ਮਿਲ ਸਕਦਾ ਹੈ ਨਾ। ਜੇ ਕਿਸੇ ਨੂੰ ਪ੍ਰਭੂ ਨਾਲ ਚਾਹ ਆ ਮਿਲਣ ਦੀ, ਠੀਕ ਹੈ ਨਾ, ਉਸ ਰੱਬ ਦੀ ਭਗਤੀ ਕਰਨਾ ਚਾਹੁੰਦਾ ਹੈ ਨਾ, ਜਾਂ ਆਪਣੇ ਘਰ ਵਿੱਚ ਅਭਿਆਸ ਕਰਾਉਣਾ ਚਾਹੁੰਦਾ ਤਾਂ ਦਾਸ ਨੂੰ ਮਿਲ ਸਕਦਾ ਹੈ। ਤਾਂ ਬਿਲਕੁਲ ਫ੍ਰੀ ਆਫ ਕੋਸਟ ਹੈ, ਕੋਈ ਪੈਸਾ ਨਹੀਂ ਹੈਗਾ। ਇੱਕ ਪਾਣੀ ਦਾ ਗਲਾਸ ਪਿਲਾ ਦਿਆ ਕਰੋ ਹੈ ਨਾ। 1 ਘੰਟੇ ਦਾ ਸਿਮਰਨ ਦਾ ਅਭਿਆਸ ਹੋਵੇਗਾ। ਤੁਸੀਂ ਹਿੰਦੂ ਹੋ ਤਾਂ ਹਿੰਦੂ ਰਹੋ, ਮੁਸਲਮਾਨ ਤਾਂ ਮੁਸਲਮਾਨ, ਸਿੱਖ ਤਾਂ ਸਿੱਖ ਰਹੋ, ਈਸਾਈ ਆ ਈਸਾਈ ਰਹੋ। ਰੱਬ ਨੂੰ ਪਾਉਣ ਦੇ ਲਈ ਧਰਮ ਬਦਲਣ ਦੀ ਲੋੜ ਨਹੀਂ ਹੈਗੀ, ਬਸ ਆਪਣੇ ਆਪ ਨੂੰ ਬਦਲਣ ਦੀ ਲੋੜ ਹੈ, ਠੀਕ ਹੈ ਨਾ। ਤੇ ਜਿਸ ਵੀ ਧਰਮ ਦੇ ਤੁਸੀਂ ਰਹਿੰਦੇ ਹੋ ਉਸੇ ਧਰਮ ਵਿੱਚ ਰਹਿ ਕੇ ਆਪਣੀ ਬੰਦਗੀ ਬਾਤ ਕਰਦੇ ਰਿਹਾ ਕਰੋ, ਤੁਹਾਡੀ ਗੱਲ ਜ਼ਰੂਰ ਬਣੇਗੀ, ਮੈਂ ਹੀ ਉਮੀਦ ਕਰਦਾ ਹਾਂ। ਔਰ ਕਿਸੇ ਨੇ ਆਪਣੇ ਘਰ ਦੇ ਵਿੱਚ ਸਿਮਰਨ ਕਰਾਉਣਾ ਹੋਵੇ, ਸਿਮਰਨ ਦਾ ਅਭਿਆਸ ਕਰਾਉਣਾ ਹੋਵੇ, 1 ਘੰਟੇ ਦਾ ਸਿਮਰਨ ਹੋਵੇਗਾ ਤੇ ਉਹ ਦਾਸ ਨੂੰ ਮਿਲ ਸਕਦਾ, ਦਾਸ ਨੂੰ ਕਹਿ ਸਕਦਾ, ਬਿਲਕੁਲ ਫ੍ਰੀ ਆਫ ਕੋਸਟ ਹੈ, ਕੋਈ ਪੈਸਾ ਨਹੀਂ ਹੈਗਾ, ਠੀਕ ਹੈ ਨਾ। ਔਰ ਦਾਸ ਆਪਦੇ ਫੋਨ ਦਾ ਇੰਤਜ਼ਾਰ ਕਰੇਗਾ। ਬਾਕੀ ਕਿੰਨਾ ਚਿਰ ਹੋ ਗਿਆ ਸਿਮਰਨ ਦਾ ਅਭਿਆਸ ਕਰਾਉਂਦੇ ਨੂੰ, ਪਰ ਅੱਜ ਤੱਕ ਕਿਸੇ ਦਾ ਫੋਨ ਤਾਂ ਨਹੀਂ ਆਇਆ। ਇੱਕੋ ਆਲਮਗੀਰ ਤੋਂ ਅੱਗੇ ਖੇੜੀ ਪਿੰਡ ਪੈਂਦਾ, ਉੱਥੋਂ ਇੱਕ ਸੁਖਵਿੰਦਰ ਸਿੰਘ ਜੀ ਦਾ ਫੋਨ ਆਇਆ ਸੀ ਕਿ ਬਾਬਾ ਜੀ ਅਸੀਂ ਘਰੇ ਸਿਮਰਨ ਕਰਾਉਣਾ ਚਾਹੁੰਦੇ ਕਿ ਤੁਸੀਂ ਸਾਡੇ ਸਿਮਰਨ ਕਰੋਗੇ।
ਲੁਧਿਆਣੇ ਤੋਂ 22-23 ਕਿਲੋਮੀਟਰ ਦੂਰ ਪੈਂਦਾ ਆ ਕਿ ਤੁਸੀਂ ਸਿਮਰਨ ਕਰੋਗੇ। ਤਾਂ ਅਸੀਂ ਫਿਰ ਵੀ ਉੱਥੇ ਜਾ ਕੇ ਸਿਮਰਨ ਕਰਾਇਆ, ਬੜੀ ਖੁਸ਼ੀ ਹੋਈ ਔਰ ਸੰਗਤ ਨੇ ਬੜਾ ਪਿਆਰ ਦਿੱਤਾ ਆ, ਅੱਛਾ ਲੱਗਿਆ। ਪਰ ਮੈਨੂੰ ਅੱਜ ਤੱਕ ਹੋਰ ਕਿਸੇ ਦਾ ਫੋਨ ਨਹੀਂ ਆਇਆ, ਕਿਉਂਕਿ ਦੁਨੀਆ ਚਾਹੁੰਦੀ ਨਹੀਂ ਕਿ ਬੰਦਗੀ ਕਰੀਏ, ਭਗਤੀ ਕਰੀਏ। ਲੋਕੀ ਇਹੀ ਕਹਿੰਦੇ ਕਿ ਸ਼ਾਰਟਕਟ ਰਸਤਾ ਸਾਨੂੰ ਮਿਲ ਜੇ, ਪੜ੍ਹਾਈ ਕਰਨੀ ਨਾ ਪਵੇ, ਹਨਾ, ਪੇਪਰ ਦੇਣੇ ਨਾ ਪੈਣ, ਹਨਾ, ਸਾਡਾ ਰਿਜ਼ਲਟ ਵਧੀਆ ਆ ਜਾਵੇ, ਪਾਸ ਅਸੀਂ ਹੋ ਜਾਈਏ। ਮਾਸਟਰ ਆਪ ਹੀ ਪੜ੍ਹੇ, ਆਪ ਹੀ ਪੇਪਰ ਦੇਵੇ, ਆਪ ਪਾਸ ਅਸੀਂ ਹੋ ਜਾਈਏ। ਇਦਾਂ ਕਦੇ ਹੋਇਆ? ਨਹੀਂ ਹੋ ਸਕਦਾ। ਡਾਕਟਰ ਦਵਾਈ ਆਪ ਹੀ ਖਾਵੇ, ਆਰਾਮ ਸਾਨੂੰ ਆ ਜਾਵੇ, ਇਦਾਂ ਹੋ ਸਕਦਾ? ਨਹੀਂ ਹੋ ਸਕਦਾ। ਤੇ ਇਸ ਕਰਕੇ ਤੇ ਮੈਂ ਹੀ ਚਾਹੁੰਦਾ ਕਿ ਤੁਸੀਂ ਸ਼ਾਰਟਕਟ ਰਸਤੇ ਨਾ ਅਪਣਾਓ, ਬਾਹਰ ਦੇ ਵਹਿਮਾਂ ਭਰਮਾਂ 'ਚ ਨਾ ਪਾਓ। ਕੋਈ ਉਪਾਅ ਕਰਨ ਦੀ ਲੋੜ ਨਹੀਂ ਹੈ, ਕੋਈ ਨੀਲੇ ਪੀਲੇ ਮੁੰਦਰੀਆਂ ਪਾਉਣ ਦੀ ਲੋੜ ਨਹੀਂ ਹੈਗੀ, ਕੋਈ ਤਰ੍ਹਾਂ ਦੇ ਮੰਗਲ ਸ਼ਨੀ ਵੀਰਵਾਰ ਮੱਸਿਆ ਪੁੰਨਿਆ ਦਾ ਵਹਿਮ ਕਰਨ ਦੀ ਲੋੜ ਨਹੀਂ ਹੈਗੀ, ਹਨਾ। ਸਿਰਫ ਗੁਰੂ ਮੁਰਸ਼ਦ ਦੇ ਚਰਨਾਂ ਨਾਲ ਜੁੜ ਜਾਓ, ਪੂਰਨ ਮਹਾਂਪੁਰਸ਼ ਸੰਤਾਂ ਦੀ, ਉਹਨਾਂ ਨੂੰ ਸਮਰਪਣ ਕਰਕੇ ਉਹ ਨਾਮ ਸ਼ਬਦ ਲੈ ਕੇ, ਯੁਕਤੀ ਲੈ ਕੇ ਉਹਦਾ ਰੋਜ਼ ਅਭਿਆਸ ਕਰੋ, ਇੱਕ ਨਾ ਇੱਕ ਤੁਹਾਡੀ ਗੱਲ ਹੋਣੀ। ਔਰ ਅੱਜ ਅਸੀਂ ਜੈਪੁਰ ਜਾ ਰਹੇ ਹਾਂ। ਸ਼ਿਵਾਜ ਜੀ ਦੇ ਇੱਕ ਸਾਡਾ ਬਹੁਤ ਮਿੱਤਰ ਪਿਆਰਾ ਔਰ ਗੁਰਮੁਖ ਪਿਆਰਾ ਜਿਹੜਾ ਪ੍ਰਭੂ ਦੀ ਬੰਦਗੀ ਕਰਦਾ, ਉਹ ਦਰਸ਼ਨ ਦੀਦਾਰ ਕਰਨ ਜਾ ਰਹੇ ਹਾਂ, ਮਿਲਣ ਜਾ ਰਹੇ ਹਾਂ। ਤੇ ਜੈਪੁਰ ਮਿਲਾਂਗੇ ਸੰਗਤਾਂ ਨੂੰ। ਤੇ ਆਪ ਜੀ ਨੂੰ ਹੀ ਅਲਵਿਦਾ ਕਹਿਣਾ। ਜੈ ਲਖਦਾਤਾ ਪੀਰ ਦੀ, ਮੌਜ ਫਕੀਰ ਸ਼ਿਵ ਬੱਗਾ ਜੀ, ਜੈ ਬਾਬੇ ਦੀ, ਗੋਸ ਪਾਪੀ ਦਰਬਾਰ ਤੋਂ ਜੈ ਲਖਦਾਤਾ ਪੀਰ ਦੀ, ਮੌਜ ਫਕੀਰ ਦੀ। ਨਿਰਮਲ ਸਿੰਘ ਜੀ ਮੌਲਾ ਜੀ, ਜੈ ਲਖਦਾਤਾ ਪੀਰ ਦੀ, ਮੌਜ ਫਕੀਰ ਦੀ। ਆਸ਼ੀਸ਼ ਧਵਨ ਜੀ, ਜੈ ਬਾਬੇ ਦੀ, ਜੈ ਲਖਦਾਤਾ ਪੀਰ ਦੀ, ਮੌਜ ਫਕੀਰ ਦੀ। ਸਾਰਿਆਂ ਨੂੰ ਮੋਂਟੀ ਪੋਬਲੀ ਜੀ, ਖੁਸ਼ ਰਹੋ, ਹਮੇਸ਼ਾ ਸਿਮਰਨ ਕਰਦੇ ਰਹੋ। ਰਿਤੂ ਰਹਿਲ ਜੀ, ਉਮੀਦ ਕਰਦਾ ਤੁਸੀਂ ਰੋਜ਼ ਬੰਦਗੀ ਕਰਦੇ ਰਹੋਗੇ, ਹਨਾ, ਤੇ ਸਿਮਰਨ ਕਰਿਆ ਕਰੋ ਵੱਧ ਤੋਂ ਵੱਧ। ਕ੍ਰਿਸ਼ਨਾ ਸਿੰਘ, ਪੜ੍ਹਾਈ ਵੀ ਕਰੋ ਨਾਲ ਆਪਣੇ ਗੁਰੂ ਦਾ ਵੀ ਕਹਿਣਾ ਮੰਨੋ, ਰੋਜ਼ ਬੰਦਗੀ ਕਰਦੇ ਰਹੋ। ਸੰਜੀਵ ਡੇਰਾ ਜੀ, ਜੈ ਲਖਦਾਤਾ ਪੀਰ ਦੀ, ਮੌਜ ਫਕੀਰ ਦੀ, ਸਿਮਰਨ ਕਰਦੇ ਰਹੋ। ਵਿਵੇਕਦੀਪ ਜੀ, ਜੈ ਲਖਦਾਤਾ ਪੀਰ ਦੀ, ਮੌਜ ਫਕੀਰ ਦੀ। ਆਪਣੀ ਡਿਊਟੀ ਸਮਝ ਕੇ ਰੋਜ਼ ਭਜਨ ਸਿਮਰਨ ਦਾ ਅਭਿਆਸ ਕਰਦੇ ਰਿਹਾ ਕਰੋ। ਸਾਰਿਆਂ ਨੂੰ ਜੈ ਬਾਬੇ ਦੀ, ਜੈ ਲਖਦਾਤਾ ਪੀਰ ਦੀ।